ਬਿਫੋਰ ਮੈਂ ਅੱਜ ਦੇ ਗੈਸਟ ਨੂੰ ਮੈਂ ਤੁਹਾਨੂੰ ਇੰਟਰੋਡਿਊਸ ਕਰਾਵਾਂ, ਪਹਿਲਾਂ ਮੈਂ ਰਿਕੁਐਸਟ ਕਰਾਂਗਾ ਤੁਹਾਨੂੰ ਪਲੀਜ਼ ਬੜੇ ਮੁਸ਼ਕਿਲ ਹੁੰਦੇ ਨੇ ਇੱਦਾਂ ਦੇ ਗੈਸਟ ਲੈ ਕੇ ਆਣੇ ਬਿਕੋਜ਼ ਦੇ ਸੋ ਬਿਜ਼ੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਮੈਂ ਅਨੁਜਪਾਲ ਜਾਲੀ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ ਕਰਦਾ ਲੇਟ ਸ਼ੋ। ਲੇਟ ਸ਼ੋ 'ਚ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਮੈਂ ਕੋਈ ਐਜੂਕੇਸ਼ਨਲ ਇਨਫੋਰਮੇਟਿਵ ਸ਼ੋ ਲੈ ਕੇ ਆਵਾਂ। ਜਿੱਦਾਂ ਦਾ ਸ਼ੋ, ਜਿੱਦਾਂ ਦਾ ਟੌਪਿਕ, ਉੱਦਾਂ ਦੇ ਮੈਂ ਇੰਟੈਲੈਕਚੁਅਲ ਗੈਸਟ ਲੈ ਕੇ ਆਉਂਦਾ। ਬਿਫੋਰ ਮੈਂ ਅੱਜ ਦੇ ਗੈਸਟ ਨੂੰ ਮੈਂ ਤੁਹਾਨੂੰ ਇੰਟਰੋਡਿਊਸ ਕਰਾਵਾਂ, ਪਹਿਲਾਂ ਮੈਂ ਰਿਕੁਐਸਟ ਕਰਾਂਗਾ ਤੁਹਾਨੂੰ ਪਲੀਜ਼ ਬੜੇ ਮੁਸ਼ਕਿਲ ਹੁੰਦੇ ਨੇ ਇੱਦਾਂ ਦੇ ਗੈਸਟ ਲੈ ਕੇ ਆਣੇ ਬਿਕੋਜ਼ ਦੇ ਸੋ ਬਿਜ਼ੀ, ਸਪੈਸ਼ਲੀ ਇਫ ਦ ਡਾਕਟਰ ਵਰਕਿੰਗ ਇਨ ਦ ਹਸਪੀਟਲ ਵਿਦ ਕੋਵਿਡ ਕਰਕੇ ਹੋਰ ਵੀ ਦੇ ਆਰ ਸੋ ਟਾਇਰਡ ਅਪ ਵਿਦ ਦ ਹਸਪੀਟਲ ਕਮਿਟਮੈਂਟ ਦੇ ਨਾਲ, ਤੇ ਉਹ ਬੜਾ ਮੁਸ਼ਕਿਲ ਹੁੰਦਾ ਲੈ ਕੇ ਆਉਣਾ। ਜਿਹੜਾ ਵੀ ਮੇਰਾ ਸ਼ੋਅ, ਜਿਹੜਾ ਮੇਰਾ ਗੈਸਟ ਹੁੰਦਾ, ਪਲੀਜ਼ ਐਡਵਾਂਟੇਜ ਲਿਆ ਕਰੋ ਅਤੇ ਸੁਣਿਆ ਕਰੋ, ਦੇਖਿਆ ਕਰੋ। ਮੇਰੇ ਸ਼ੋਅ ਹਮੇਸ਼ਾ ਜੋ ਵੀ ਤੁਸੀਂ ਸਾਡੇ ਵੀਅਰਸ ਸਾਨੂੰ ਸਪੋਰਟ ਕਰਦੇ ਆ, ਇਹ ਰਿਟਰਨ ਮੈਂ ਇੱਦਾਂ ਦੇ ਸ਼ੋਅ ਲੈ ਕੇ ਆਉਣਾ ਜਿੱਥੇ ਤੁਹਾਡਾ ਫਾਇਦਾ ਹੋ ਸਕੇ। ਲਾਸਟ ਟਾਈਮ ਹੈ ਦ ਗਾਈ ਕੈਪਟਨ ਫਰੋਮ ਦੀ ਆਰਮੀ, ਡਾਕਟਰ ਮਨੀਸ਼ ਚੌਹਾਨ। ਉਦੋਂ ਵੀ ਅਸੀਂ ਬੜਾ ਅੱਛਾ ਉਹਨਾਂ ਦੇ ਕੋਵਿਡ ਵਗੈਰਾ ਕਰਦੇ ਵੈਕਸੀਨ ਦੀ ਗੱਲ ਕੀਤੀ ਸੀਗੀ ਅਤੇ ਲੋਕ ਬਹੁਤ ਐਪਰੀਸ਼ੀਏਟ ਕਰਦੇ ਨੇ। ਅਤੇ ਪਲੀਜ਼ ਮੈਂ ਉਮੀਦ ਰੱਖਦਾ ਬਾਅਦ ਵਿੱਚ ਅਸੀਂ ਕਾਲ ਲਵਾਂਗੇ, ਪਹਿਲਾਂ ਅਸੀਂ ਬ੍ਰੇਕ ਤੋਂ ਬਾਅਦ ਲਵਾਂਗੇ। ਮੇਰਾ ਟੈਲੀਫੋਨ ਨੰਬਰ 0208 571 4279। ਕੋਸ਼ਿਸ਼ ਕਰੋ ਕਿ ਪਲੀਜ਼ ਸਾਨੂੰ ਥੋੜ੍ਹਾ 20 ਮਿੰਟ ਅੱਧਾ ਘੰਟਾ ਦੇਣਾ, ਅਸੀਂ ਟਾਕ ਕਰ ਸਕੀਏ ਜੋ ਇੰਪੋਰਟੈਂਟ ਟੌਪਿਕ 'ਤੇ ਅਸੀਂ ਗੱਲ ਕਰਨੀ ਹੈ। ਅਤੇ ਉਹਦੇ ਬਾਅਦ ਕਿਸੇ ਵੀ ਤਰ੍ਹਾਂ ਦਾ ਸਵਾਲ ਤੁਸੀਂ ਪੁੱਛਣਾ ਹੈ। ਇੱਕ ਗੱਲ ਮੈਂ ਜ਼ਰੂਰ ਮੇਰੇ ਸ਼ੋਅ 'ਚ ਕਰਨਾ, ਪਲੀਜ਼ ਡੋਂਟ ਫੀਲ ਐਂਬੈਰਸ, ਕਿਉਂਕਿ ਜੇ ਪਰਸਨਲ ਤੁਹਾਨੂੰ ਕੋਈ ਇਸ਼ੂ ਹੈ ਮੈਡੀਕਲੀ, ਆਪਣਾ ਨਾਮ ਨਹੀਂ ਦੱਸਣਾ ਚਾਹੁੰਦੇ ਤਾਂ ਇਟਸ ਕੁਆਇਟ ਓਕੇ। ਮੇਰਾ ਫਰਜ਼ ਬਣਦਾ ਐਜ਼ ਅ ਪੋਲਾਈਟਨੈਸ, ਮੈਂ ਤੁਹਾਨੂੰ ਨਾਮ ਪੁੱਛਾਂਗਾ ਅਤੇ ਤੁਸੀਂ ਨਾਮ ਨਹੀਂ ਦੱਸਣਾ ਅਤੇ ਇਟਸ ਨੋ ਪ੍ਰੋਬਲਮ ਐਟ ਆਲ, ਲੇਕਿਨ ਆਪਣੀ ਬਿਮਾਰੀ ਦਾ ਤੁਸੀਂ ਗੱਲ ਕਰੋ ਤਾਂ ਕਿ ਡਾਕਟਰ ਜੀ ਤੁਹਾਨੂੰ ਜਵਾਬ ਦੇ ਸਕਣ। ਚਲੋ ਮੈਂ ਟਾਈਮ ਨਹੀਂ ਜ਼ਾਇਆ ਕਰਦਾ। ਵੈਰੀ ਇੰਟੈਲੈਕਚੁਅਲ ਗੈਸਟ ਮੇਰੇ ਪਾਸ ਡਾਕਟਰ ਕੇਵਲ ਸਿੰਘ ਇਜ਼ ਅ ਕੰਸਲਟੈਂਟ orthopedic surgeon, ਸਪੈਸ਼ਲਿਸਟ ਇਨ ਨੀ ਐਂਡ ਸ਼ੋਲਡਰ ਸਰਜਰੀ ਦਾ। ਭਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਥੈਂਕ ਯੂ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਨਮਸਤੇ, ਅਕਾਲ ਜੀ। ਅਸਲਾਮ ਵਾਲੇਕੁਮ ਐਂਡ ਗੁੱਡ ਈਵਨਿੰਗ। ਬਹੁਤ ਅੱਛੇ ਭਾਜੀ ਦੇ ਸਾਰੇ ਪੇਸ਼ੈਂਟ ਨੇ, ਹਰ ਤਰ੍ਹਾਂ ਦੇ ਪੇਸ਼ੈਂਟ ਨੇ, ਇਸ ਕਰਕੇ ਹਰ ਜ਼ੁਬਾਨ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਗਿਆ। ਕਿਸੇ ਦਾਤ ਦਾ ਵੀ ਹੋਵੇ, ਡਿਵਰਸ ਆਪਣੀ ਕਮਿਊਨਿਟੀ ਹੁੰਦੀ ਹੈ ਵਾਚ ਕਰਦੀ। ਸੋ ਪਲੀਜ਼ ਸਾਨੂੰ ਨਾ ਬ੍ਰੇਕ ਤੋਂ ਬਾਅਦ ਕਾਲ ਕਰਨਾ, ਕਿਸੇ ਵੀ ਤਰ੍ਹਾਂ ਦੀ ਗੱਲ ਨੀ ਦੀ ਗੱਲ ਕਰੋ। ਬੰਦਿਆਂ ਨੂੰ ਬੇਸ਼ੁਮਾਰ ਲੋਕਾਂ ਨੂੰ ਪ੍ਰੋਬਲਮ ਹੈਗੀ ਆ, ਅਸੀਂ ਗੱਲ ਕਰਾਂਗੇ ਡਾਕਟਰ ਨਾਲ ਕਿਉਂ, ਕਾਤੇ, ਕਿਸ ਤਰ੍ਹਾਂ ਹੁੰਦੀ ਹੈ। ਸ਼ੋਲਡਰ 'ਤੇ ਵੀ ਬੜੇ ਲੋਕਾਂ ਦੇ ਪੇਨ ਹੁੰਦੀ ਰਹਿੰਦੀ ਹੈ। ਸਮਟਾਈਮਸ ਵੀ ਲਿਵ ਵਿਦ ਦ ਪੇਨ। ਪ੍ਰੋਗਰਾਮ ਦੇਖੋ ਕਿ ਸ਼ਾਇਦ ਕੁਛ ਇਲਾਜ ਪਤਾ ਲੱਗੇਗਾ ਅਤੇ ਬਹੁਤ ਅੱਛੀ ਗੱਲ ਹੈ। ਡਾਕਟਰ ਸਾਹਿਬ ਪਹਿਲੇ ਤਾਂ ਬਹੁਤ ਮਿਹਰਬਾਨੀ, ਤੁਸੀਂ ਆਏ ਹੋ, ਟਾਈਮ ਕੱਢ ਕੇ ਆਏ ਹੋ। ਬਹੁਤ ਟਾਈਮ ਲੱਗਿਆ ਡਾਕਟਰ ਜੋ ਲੈ ਕੇ ਆਉਂਦਾ, ਫਿਰ ਕੋਵਿਡ ਦੀ ਰਿਸਟ੍ਰਿਕਸ਼ਨ ਸੀਗੀ, ਫਿਰ ਉਹ ਬਿਜ਼ੀ ਸੀਗੇ ਇਨ ਦਾ ਹਸਪੀਟਲ ਐਂਡ ਆਮ ਗਲੈਡ ਉਹਨਾਂ ਨੇ ਇਵੈਂਚੁਅਲੀ ਮੇਰੀ ਇਨਵੀਟੇਸ਼ਨ ਐਕਸੈਪਟ ਕੀਤੀ। ਥੈਂਕ ਯੂ ਤੁਹਾਡੀ ਵੀ ਬਹੁਤ ਮਿਹਰਬਾਨੀ ਇੱਥੇ ਬੁਲਾਉਣ ਵਾਸਤੇ। ਭਾਜੀ ਤੁਸੀਂ ਲੋਕਾਂ ਦੀ ਇਨਫੋਰਮੇਸ਼ਨ ਦਿਓਗੇ, ਸੇਵਾ ਹੋਏਗੀ, ਬੜਾ ਅੱਛਾ ਲੱਗੇਗਾ, ਦੁਨੀਆ ਦੁਆ ਦੇਗੀ। ਥੈਂਕ ਯੂ। ਹੈ ਅੱਛਾ ਭਾਜੀ, ਸਭ ਤੋਂ ਪਹਿਲਾਂ ਜਿਹੜੀ ਆਰਥਰਾਈਟਿਸ ਹੈਗੀ ਬੜੀ ਕਾਮਨ ਚੀਜ਼ ਹੈਗੀ ਹੈ, ਕੀ ਚੀਜ਼, ਵਾਟ ਇਜ਼ ਇਟ? ਹਾਂਜੀ, ਮੈਂ ਸਾਰਿਆਂ ਤੋਂ ਪਹਿਲਾਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜੀ ਵੀ ਇਨਫੋਰਮੇਸ਼ਨ ਆਪਾਂ ਦੇ ਰਹੇ ਹਾਂ ਇਹ ਜਨਰਲ ਐਡਵਾਈਸ ਹੈਗੀ ਆ। ਅਲਟੀਮੇਟਲੀ ਜਦੋਂ ਵੀ ਤੁਸੀਂ ਸਲਾਹ ਕੀਤੀ ਦੇਖਣ ਨੂੰ, ਆਪਣੇ ਜੀਪੀ ਦੇ ਨਾਲ ਜ਼ਰੂਰ ਕੰਸਲਟ ਕਰਕੇ ਫਿਰ ਤੁਸੀਂ ਹਸਪੀਟਲ ਡਾਕਟਰ ਸਪੈਸ਼ਲਿਸਟ ਨੂੰ ਦੇਖ ਸਕਦੇ ਹੋ। ਜਿਹੜੀ ਮੈਨੂੰ ਗੱਲ ਕਹਿਣੀ ਚਾਹੀਦੀ ਸੀ, ਭਾਜੀ ਨੇ ਕਹਿ ਦਿੱਤੀ ਹੈ, ਚਲੋ ਬੜਾ ਅੱਛਾ ਕੀਤਾ। ਇੱਦਾਂ ਰਲ ਮਿਲ ਕੇ ਕੰਮ ਹੁੰਦਾ ਸਾਰਾ, ਵੈਰੀ ਨਾਈਸ। ਮੈਂ ਫਿਰ ਵੀ ਰਿਪੀਟ ਕਰ ਦੇਣਾ, ਪਲੀਜ਼ ਦਿਸ ਇਜ਼ ਅ ਟਾਕ ਟਾਊਨ, ਜਰਨਲ ਕੁਐਸਚਨ ਆਨਸਰ ਹੁੰਦੇ ਨੇ, ਕਿਉਂਕਿ ਜੋ ਮੇਰੇ ਸਵਾਲ ਹੋਣਗੇ ਜ਼ਰੂਰੀ ਨਹੀਂ ਕਿ ਤੁਹਾਨੂੰ ਲਾਗੂ ਹੁੰਦੇ ਨੇ। ਕਿਸੇ ਵੀ ਤਰ੍ਹਾਂ ਦਾ ਜਿਹੜਾ ਡਾਕਟਰ ਸਾਹਿਬ ਨੇ ਜਵਾਬ ਦਿੱਤਾ, ਪਲੀਜ਼ ਆਪਣੇ ਜੀਪੀ ਨਾਲ ਕੰਸਲਟ ਕਰੋ। ਹੀ ਵਿਲ ਰੈਫਰ ਯੂ ਟੂ ਦਾ ਸਪੈਸ਼ਲਿਸਟ, ਜਿੱਦਾਂ ਸਾਡੇ ਭਾਜੀ ਸਪੈਸ਼ਲਿਸਟ ਹੈਗੇ ਨੇ। ਬਟ ਦੈਨ ਯੂ ਕੈਨਟ ਜੰਪ ਫਰਮ ਵਨ ਬੋਰੋ ਟੂ ਦੀ ਅਦਰ ਵਨ, ਤੁਹਾਨੂੰ ਆਪਣੇ ਡਿਸਟ੍ਰਿਕਟ 'ਚ ਜਾਣਾ ਪੈਂਦਾ। ਭਾਜੀ ਬਹੁਤ ਅੱਛਾ ਕੀਤਾ। ਹਾਂਜੀ ਦੱਸੋ, ਹੁਣ ਸਮਝਾਓ। ਹਾਂਜੀ, ਜਿਹੜੀ ਆਸਟੀਓਆਰਥਰਾਈਟਿਸ ਹੈਗੀ ਆ, ਇਹ ਜਦੋਂ ਜੋੜ, ਪੰਜਾਬੀ 'ਚ ਆਪਾਂ ਕਹਿੰਦੇ ਵੀ ਜੋ ਜੋੜ ਘਸਣੇ ਸ਼ੁਰੂ ਹੋ ਜਾਂਦੇ ਆ, ਜਿਨ੍ਹਾਂ 'ਚ ਗਰੀਸ ਘਟ ਜਾਂਦੀ ਹੈ, ਵੇਅਰ ਟੇਅਰ। ਹਾਂਜੀ, ਵੇਅਰ ਐਂਡ ਟੇਅਰ ਕਹਿੰਦੇ ਆ। ਮੈਂ ਤੁਹਾਨੂੰ ਇੱਕ ਮਾਡਲ ਦਿਖਾਉਣਾ ਚਾਹੁੰਦਾ ਹੈਗਾ ਵਾ। ਇਹ ਮਾਡਲ ਹੈਗਾ ਪਲਾਸਟਿਕ ਮਾਡਲ, ਇਹ ਗੋਡੇ ਦਾ ਹੈਗਾ। ਜਿਹੜਾ ਇਹ ਸਰਫੇਸ ਜਿਹੜਾ ਲਾਈਟ ਬਲੂ ਹੈਗਾ, ਇਹ ਕਾਰਟਲੇਜ ਹੈਗੀ ਹੈ, ਜਿਹਨੂੰ ਕਿ ਆਪਾਂ ਸਰਫੇਸ ਗ੍ਰਿਸਲ ਕਹਿੰਦੇ ਹਾਂ। ਅਤੇ ਆਹ ਜਿਹੜੇ ਦੋ ਚੀਜ਼ਾਂ ਹੈਗੀਆਂ ਨੇ, ਇਹਨਾਂ ਨੂੰ ਮਨਿਸਕਸ ਕਹਿੰਦੇ ਨੇ, ਅਤੇ ਇਹਦੇ ਵਿੱਚ ਲਿਗਾਮੈਂਟਸ ਵਗੈਰਾ ਹੈਗੇ ਨੇ। ਅਤੇ ਆਹ ਪੰਜਾਬੀ 'ਚ ਆਪਾਂ ਜਿਹਨੂੰ ਚੱਪਣੀ ਜਾਂ ਨੀ ਕੈਪ ਕਹਿੰਦੇ। ਅਤੇ ਨੋਰਮਲੀ ਇਹ ਜਿਹੜੇ ਸਰਫੇਸ ਹੁੰਦਾ ਬਹੁਤ ਸਮੂਥ ਹੁੰਦਾ, ਅਤੇ ਜਦੋਂ ਆਪਾਂ ਇਸ ਤਰ੍ਹਾਂ ਗੋਡਾ ਹਿਲਾਉਂਦੇ ਹਾਂ ਬਿਲਕੁਲ ਫੀਲ ਨਹੀਂ ਹੁੰਦਾ ਸਮੂਥ ਦਾ। ਜਿਵੇਂ ਉਮਰ ਵੱਧਦੀ ਰਹਿੰਦੀ ਆ ਅਤੇ ਇਹ ਜਿਹੜੇ ਸਰਫੇਸ ਹੁੰਦੇ ਨੇ ਇਹ ਘਸਣੇ ਸ਼ੁਰੂ ਹੋ ਜਾਂਦੇ ਨੇ।
ਇਹ ਰਫ ਹੋ ਜਾਂਦੇ ਨੇ, ਫਿਰ ਉਨੇ ਹੀ ਇਹ ਜੋੜ ਪੇਨਫੁਲ ਹੋ ਜਾਂਦੇ ਆ, ਸਟਿਫ ਹੋ ਜਾਂਦੇ ਆ, ਅਤੇ ਜੋੜਾਂ 'ਚ ਆਵਾਜ਼ ਵੀ ਆਉਣੀ ਜਾਂਦੀ। ਉਹਨਾਂ ਨੂੰ ਆਪਾਂ ਆਸਟੀਓਆਰਥਰਾਈਟਿਸ ਅੱਛਾ, ਜਾਂ ਵੇਅਰ ਐਂਡ ਟੇਅਰ ਕਹਿੰਦੇ। ਵੇਅਰ ਐਂਡ ਟੇਅਰ ਕਹਿੰਦੇ। ਹਾਂਜੀ, ਅਤੇ ਇਹ ਜਨਰਲੀ 45 ਸਾਲ 50 ਸਾਲ ਤੋਂ ਬਾਅਦ ਸ਼ੁਰੂ ਹੋ ਜਾਂਦਾ। 100 'ਚੋਂ 10 ਲੋਕਾਂ 60 ਸਾਲ ਤੋਂ ਬਾਅਦ ਇਹ ਸਿੰਪਟਮਸ ਹੋ ਜਾਂਦੇ ਨੇ, ਜਿਹੜੇ ਨੀਜ਼ ਜਿਹੜੇ ਪੇਨਫੁਲ ਹੁੰਦੇ ਆ। ਲੇਡੀਜ਼ ਥੋੜ੍ਹਾ ਜ਼ਿਆਦਾ ਇੰਸੀਡੈਂਸ ਹੈਗਾ ਵਾ, ਅਤੇ ਬੰਦਿਆਂ 'ਚ ਥੋੜ੍ਹਾ ਘੱਟ ਹੈਗਾ ਵਾ। ਅਤੇ ਹੁਣ ਜਿਵੇਂ ਸ਼ੁਰੂ 'ਚ ਉਹਨਾਂ ਨੂੰ ਆਸਟੀਓਆਰਥਰਾਈਟਿਸ ਦੇ ਜਿਹੜੇ ਸਿੰਪਟਮਸ ਹੁੰਦੇ ਨੇ, ਉਹ ਥੋੜ੍ਹੀ ਏਕ 'ਚ ਸ਼ੁਰੂ ਹੁੰਦੀ ਆ। ਜਨਰਲੀ ਜਦੋਂ ਆਪਾਂ ਉੱਠਦੇ ਹਾਂ ਉਦੋਂ ਏਕ ਜ਼ਿਆਦਾ ਹੁੰਦੀ ਹੈ, ਫਿਰ ਜਦੋਂ ਚਲਾਉਣਾ ਸ਼ੁਰੂ ਕਰਦੇ ਹਾਂ ਉਦੋਂ ਜਿਹੜਾ ਲੁਬਰੀਕੈਂਟ ਜੋੜ 'ਚ ਹੁੰਦਾ ਉਹ ਜ਼ਿਆਦਾ ਹੋਰ ਪ੍ਰੋਡਿਊਸ ਹੋ ਜਾਂਦਾ, ਅਤੇ ਇਸ ਕਰਕੇ ਸਿੰਪਟਮਸ ਕੰਟਰੋਲ ਹੋ ਜਾਂਦੇ। ਫਿਰ ਜਦੋਂ ਦਿਨ ਖਤਮ ਹੋਣਾ ਸ਼ੁਰੂ ਹੁੰਦਾ ਉਦੋਂ ਫਿਰ ਪੇਨ ਸ਼ੁਰੂ ਹੋ ਜਾਂਦੀ ਹੈ। ਹੌਲੀ ਹੌਲੀ ਇਹ ਜਿਹੜੇ ਸਿੰਪਟਮਸ ਹੁੰਦੇ ਨੇ ਕਾਫੀ ਰੈਗੂਲਰ ਹੋ ਜਾਂਦੇ ਨੇ, ਡਿਊਰੇਸ਼ਨ ਵੀ ਲੰਮੀ ਹੁੰਦੀ ਰਹਿੰਦੀ ਹੈ, ਅਤੇ ਸਿਵਿਆਰਿਟੀ ਵੀ ਵੱਧਦੀ ਰਹਿੰਦੀ ਹੈ। ਫਿਰ ਜੋੜ ਸਟਿਫ ਵੀ ਹੋਣਾ ਸ਼ੁਰੂ ਕਰ ਦਿੰਦੇ ਨੇ। ਅਲਟੀਮੇਟਲੀ ਜਦੋਂ ਸਿੰਪਟਮ ਬਹੁਤ ਜ਼ਿਆਦਾ ਖਰਾਬ ਹੋ ਜਾਣ, ਫਿਰ ਆਪਣੇ ਜਿਹੜੇ ਰੋਜ਼ ਦੇ ਕੰਮ ਹੁੰਦੇ ਨੇ ਉਹਨਾਂ 'ਚ ਵਿਘਨ ਪੈਣਾ ਸ਼ੁਰੂ ਹੋ ਜਾਂਦਾ। ਆਪਾਂ ਜਿਹੜਾ ਵਾਕਿੰਗ ਡਿਸਟੈਂਸ ਘੱਟ ਹੋ ਜਾਂਦਾ, ਪੌੜੀਆਂ ਚੱਲਣ 'ਚ ਚੜ੍ਹਨ ਅਤੇ ਉਤਰਨ 'ਚ ਤਕਲੀਫ ਹੋ ਜਾਂਦੀ ਹੈ, ਬੈਠੇ ਬੈਠੇ ਵੀ ਪੇਨ ਸ਼ੁਰੂ ਹੋ ਜਾਂਦੀ ਹੈ। ਫਿਰ ਰਾਤ ਨੂੰ ਜਦੋਂ ਸੌਂਦੇ ਹਾਂ ਉਦੋਂ ਆਪਾਂ ਜਦੋਂ ਵੀ ਪੋਜੀਸ਼ਨ ਵਗੈਰਾ ਚੇਂਜ ਕਰਦੇ ਹਾਂ ਉਦੋਂ ਗੋਡਿਆਂ 'ਚ ਪੇਨ ਹੁੰਦੀ ਹੈ, ਅਤੇ ਫਿਰ ਨੀਂਦ ਖੁੱਲ੍ਹ ਜਾਂਦੀ ਹੈ। ਕਈ ਦਫਾ ਜਿਹੜੇ ਜਿਵੇਂ ਮੈਂ ਮਨਿਸਕਸ ਵਗੈਰਾ ਦੱਸ ਰਿਹਾ ਸੀਗਾ, ਇਹ ਘਸਣ ਦੀ ਕਰਕੇ ਇਹ ਵੀ ਡੈਮੇਜ ਹੋ ਜਾਂਦਾ। ਉਹਦੀ ਵਜ੍ਹਾ ਨਾਲ ਫਿਰ ਗੋਡੇ ਜਿਹੜੇ ਕਈ ਦਫਾ ਸਡਨਲੀ ਲੌਕ ਹੋ ਜਾਂਦੇ, ਸੀਜ਼ ਹੋ ਜਾਂਦੇ ਨੇ। ਕਈ ਦਫਾ ਚਲਦੇ ਇੱਕਦਮ ਗੋਡਾ ਕਲੈਪਸ ਵੀ ਹੋ ਜਾਂਦਾ, ਕੜਿਕਦੀ ਆਵਾਜ਼ ਵੀ ਆਉਂਦੀ ਹੈ, ਗ੍ਰਾਈਂਡਿੰਗ ਸੈਂਸੇਸ਼ਨ ਹੁੰਦੀਆਂ। ਇਹ ਕਾਫੀ ਸਿੰਪਟਮਸ ਹੁੰਦੇ ਨੇ। ਕਈ ਦਫਾ ਸੋਜ ਵੀ ਆ ਜਾਂਦੀ ਹੈ ਗੋਡਿਆਂ 'ਚ। ਇਹ ਨਟਸ਼ੈਲ 'ਚ ਇਹ ਕਾਫੀ ਕਾਮਨ ਹੈਗੇ ਆ। ਜਿਵੇਂ ਜਿਵੇਂ ਇਹ ਵੇਅਰ ਐਂਡ ਟੇਅਰ ਵੱਧਦਾ ਜਾਂਦਾ ਵਾ ਉਨੇ ਸਿੰਪਟਮ ਵੱਧ ਜਾਂਦੇ ਨੇ। ਫਿਰ ਕਈ ਦਫਾ ਜ਼ਿਆਦਾ ਹੋ ਜਾਂਦੇ ਆ। ਜਿਹੜੇ ਤੁਸੀਂ ਪੇਨ ਕਿਲਰਸ ਲੈਂਦੇ ਹੋ ਉਹਨਾਂ ਦੀ ਵਜ੍ਹਾ ਨਾਲ ਵੀ ਸਿੰਪਟਮਸ ਕੰਟਰੋਲ ਨਹੀਂ ਹੁੰਦੇ। ਫਿਰ ਜਿਹੜੀ ਕੁਆਲਿਟੀ ਆਫ ਲਾਈਫ ਜਿਹੜੀ ਹੁੰਦੀ ਹੈ ਤੁਹਾਡੀ, ਉਹ 'ਤੇ ਵੀ ਅਸਰ ਪੈਣਾ ਸ਼ੁਰੂ ਹੋ ਜਾਂਦਾ। ਤੁਹਾਡੀ ਇੰਡੀਪੈਂਡੈਂਸ 'ਤੇ ਵੀ ਇੰਡੀਪੈਂਡੈਂਸ ਨਹੀਂ ਰਹਿੰਦੀ। ਤੁਹਾਨੂੰ ਕਿਸੇ ਦੀ ਸਹਾਰੇ ਦੀ ਲੈਣੀ ਜ਼ਰੂਰਤ ਪੈ ਜਾਂਦੀ ਹੈ। ਤੁਸੀਂ ਆਪਣੇ ਨਹੁੰ ਨਹੀਂ ਕੱਢ ਸਕਦੇ, ਸੌਕਸ ਨਹੀਂ ਪਾ ਸਕਦੇ, ਜਰਾਬਾਂ ਨਹੀਂ ਪਾ ਸਕਦੇ, ਅਤੇ ਕਾਫੀ ਡਿਸੇਬਲਿੰਗ ਸਿੰਪਟਮਸ ਹੋ ਜਾਂਦੇ ਨੇ। ਪਰ ਜੇ ਆਪਾਂ ਥੋੜ੍ਹਾ ਜਿਹਾ ਖਿਆਲ ਰੱਖੀਏ ਆਪਣਾ, ਉਹਦੇ ਨਾਲ ਸਿੰਪਟਮਸ ਕੰਟਰੋਲ ਕੀਤੇ ਜਾ ਸਕਦੇ। ਪਰ ਡਾਕਟਰ ਸਾਹਿਬ ਤੁਸੀਂ ਦੱਸੋ, ਇੱਕ ਨਾ ਮੈਂ ਬੜੇ ਬਲੰਟ ਜਿਹਾ ਸਵਾਲ ਪੁੱਛਾਂਗਾ, ਬਿਕੋਜ਼ ਜੋ ਮੇਰੇ ਦਿਮਾਗ 'ਚ ਕੁਝ ਕਾਮਨ ਕੁਐਸਚਨ ਹੁੰਦੇ ਨੇ। ਜਦੋਂ ਤੁਸੀਂ ਡਾਕਟਰ ਪਾਸ ਬੈਕ ਟਰਬਲ ਲਈ ਜਾਂਦੇ ਹੋ, ਤੁਸੀਂ ਤੁਰ ਨਹੀਂ ਸਕਦੇ, ਉੱਥੇ ਵੀ ਬੰਦਾ ਇੱਕ ਤਰ੍ਹਾਂ ਦਾ ਡਿਸੇਬਲ ਹੋ ਜਾਂਦਾ। ਨੀ ਦੀ ਬਹੁਤ ਜ਼ਿਆਦਾ ਇਸ ਕੰਟਰੀ 'ਚ ਪ੍ਰੋਬਲਮ ਹੈਗੀ, ਸਪੈਸ਼ਲੀ ਇਸ ਕੰਟਰੀ 'ਚ। ਮੈਂ ਦੋ ਤੁਹਾਨੂੰ ਸਵਾਲ ਇਕੱਠੇ ਪੁੱਛਾਂਗਾ, ਤੁਸੀਂ ਉਹਦਾ ਆਨਸਰ ਦੇਣਾ। ਇੱਕ, ਪਤਾ ਜਦੋਂ ਵੀ ਤੁਸੀਂ ਜਾਂਦੇ ਹੋ ਡਾਕਟਰ ਨਾਲ, ਜਦੋਂ ਤੁਹਾਨੂੰ ਰਿਫਰ ਕਰ ਦਿੰਦਾ ਸਪੈਸ਼ਲ ਲਾਈਕ ਯੋਰਸੈਲਫ, ਤੁਸੀਂ ਮਿਲਦੇ ਹੋ ਜਾਂ ਸਾਡਾ ਜਿਹੜਾ GP ਵੀ ਕਹਿ ਦੇਗਾ ਵੇਅਰ ਐਂਡ ਟੇਅਰ। ਪਰ ਜੀ ਇਹ ਮੈਨੂੰ ਸਮਝ ਨਹੀਂ ਪੈਂਦੀ ਥੋੜ੍ਹੀ ਜਨਰਲ ਲਾਈਫ ਦੇ ਵਿੱਚ ਵੇਅਰ ਐਂਡ ਟੇਅਰ ਕਿੱਦਾਂ ਹੋ ਜਾਂਦੀ ਆ, ਹਾਲਾਂਕਿ ਤੁਸੀਂ ਸਿੰਪਲ ਲਾਈਫ ਲੀਡ ਕਰਦੇ ਹੋ। ਐਥਲੀਟਸ ਹੈਗੇ ਨੇ, ਰਨਰਸ ਹੈਗੇ ਨੇ, ਬੜਾ ਕੁਝ ਕਰਦੇ ਨੇ, ਉਹਨਾਂ 'ਤੇ ਫਰਕ ਨਹੀਂ ਪੈਂਦਾ, ਉਹਨਾਂ ਦਾ ਵੇਅਰ ਟੇਅਰ ਨਹੀਂ ਹੁੰਦਾ। ਜਿਹੜਾ ਵੇਅਰ ਐਂਡ ਟੇਅਰ ਹੈਗਾ ਇਹ ਏਜਿੰਗ ਫਿਨੋਮੀਨਾ ਹੈਗਾ। ਅੱਛਾ, ਏਜ ਦੇ ਨਾਲ ਸਾਰੇ ਇਨਸਾਨਾਂ ਨੂੰ ਵੇਅਰ ਐਂਡ ਟੇਅਰ ਹੁੰਦਾ, ਉਮਰ ਦੇ ਹਿਸਾਬ ਨਾਲ ਵੇਅਰ ਐਂਡ ਟੇਅਰ ਸਾਰਿਆਂ ਨੂੰ ਹੁੰਦਾ ਵਾ। ਅਤੇ ਜਿਹੜਾ ਤੁਸੀਂ ਕਈ ਕੰਡੀਸ਼ਨਸ ਹੁੰਦੀਆਂ ਨੇ ਜਿਹਦੇ ਨਾਲ ਵੇਅਰ ਐਂਡ ਟੇਅਰ ਕਾਫੀ ਤੇਜ਼ੀ ਨਾਲ ਹੁੰਦਾ ਵਾ। ਇੱਕ ਕਾਰਨ ਦਾ ਸੱਟ ਦੀ ਕਰਕੇ, ਜੇ ਕਿਸੇ ਨੂੰ ਗੋਡੇ 'ਚ ਸੱਟ ਲੱਗੀ ਹੋਵੇ, ਜਾਂ ਜਿਹੜੇ ਮੈਂ ਉਹ ਦੱਸੇ ਸੀ ਲਿਗਾਮੈਂਟ ਅੰਦਰ ਗੋਡੇ ਦੇ ਡੈਮੇਜ ਹੋ ਜਾਣ, ਜਾਂ ਕਾਰਟਲੇਜ ਮਨਿਸਕਸ ਜਿਹੜੇ ਉਹ ਡੈਮੇਜ ਹੋ ਜਾਣ, ਜਾਂ ਕਿਸੇ ਦਾ ਫਰੈਕਚਰ ਹੋ ਜਾਵੇ ਗੋਡੇ ਦੇ ਅੰਦਰ, ਜਿਹਦੇ ਨਾਲ ਜਿਹੜਾ ਜੁਆਇੰਟ ਸਰਫੇਸ ਸਮੂਥ ਨਹੀਂ ਰਹਿੰਦਾ, ਸਟੈਪ ਆ ਜਾਂਦੇ ਨੇ, ਉਹਦੀ ਵਜ੍ਹਾ ਨਾਲ ਵੀ ਵੇਅਰ ਐਂਡ ਟੇਅਰ ਸਪੀਡ ਅਪ ਹੋ ਜਾਂਦਾ। ਫਿਰ ਹੋਰ ਕਈ ਕੰਡੀਸ਼ਨਸ ਹੁੰਦੀਆਂ ਨੇ, ਜਿਵੇਂ ਕਿਸੇ ਨੂੰ ਇਨਫੈਕਸ਼ਨ ਹੋ ਗਿਆ ਨੀ ਦੇ ਅੰਦਰ, ਉਹਦੀ ਵਜ੍ਹਾ ਨਾਲ ਜਿਹੜੀ ਕਾਰਟਲੇਜ ਹੁੰਦੀ ਆ ਉਹ ਡੈਮੇਜ ਹੋ ਜਾਂਦੀ ਹੈ, ਉਹਦੀ ਵਜ੍ਹਾ ਨਾਲ ਫਿਰ ਸਪੀਡ ਅਪ ਹੋ ਜਾਂਦਾ ਵੇਅਰ ਐਂਡ ਟੇਅਰ।
ਕਈ ਜਿਹੜੇ ਕੰਡੀਸ਼ਨ ਨੇ ਜਦੋਂ ਗੋਡੇ 'ਚ ਬਲੀਡਿੰਗ ਹੋ ਜਾਂਦੀ ਹੈ, ਜਿਵੇਂ ਹੀਮੋਫੀਲੀਆ ਵਗੈਰਾ ਹੁੰਦਾ, ਉਹਦੀ ਕਰਕੇ ਵੀ ਜਿਹੜੀ ਕਾਰਟਲੇਜ ਡੈਮੇਜ ਹੁੰਦੀ ਹੈ। ਫਿਰ ਰਿਮੋਟਾਇਡ ਆਰਥਰਾਈਟਿਸ ਜਾਂ ਗਾਊਟ ਹੁੰਦਾ ਵਾ, ਜਾਂ ਹੋਰ ਵੀ ਕਈ ਕੰਡੀਸ਼ਨ ਹੁੰਦੀਆਂ ਜਿਹਦੇ ਨਾਲ ਕਾਰਟਲੇਜ ਚੀਜ਼ਾਂ ਡਿਪੋਜ਼ਿਟ ਹੋ ਜਾਂਦੀਆਂ, ਕੈਲਸ਼ੀਅਮ ਜਿਹੜਾ ਡਿਪੋਜ਼ਿਟ ਹੋ ਜਾਂਦਾ, ਉਹਦੇ ਨਾਲ ਜਿਹੜਾ ਵੇਅਰ ਐਂਡ ਟੇਅਰ ਥੋੜ੍ਹਾ ਤੇਜ਼ੀ ਨਾਲ ਹੋ ਜਾਂਦਾ। ਪਰ ਜੇ ਇਹ ਕੰਡੀਸ਼ਨਸ ਨਾ ਵੀ ਹੋਣ, ਉਮਰ ਦੇ ਹਿਸਾਬ ਨਾਲ ਹਰੇਕ ਇਨਸਾਨ ਨੂੰ ਕਿਸੇ ਨਾ ਕਿਸੇ ਸਟੇਜ 'ਤੇ ਵੇਅਰ ਐਂਡ ਟੇਅਰ ਹੋ ਜਾਂਦਾ। ਭਾਜੀ ਇੱਕ ਦਫਾ ਫੇਰ ਦਿਖਾਇਓ ਜ਼ਰਾ, ਉਹ ਜ਼ਰਾ ਸਵੈਂਟਲੀ ਜਦ ਸਟੂਡੈਂਟ ਆਪਣੇ, ਤੁਸੀਂ ਦੇਖੋ ਗੋਡੇ ਦੇ ਅੰਦਰ ਕਿਆ ਚੀਜ਼ ਪਾਈ ਆਪਣੇ ਲੱਤਾਂ ਦੇ ਵਿੱਚ, ਉਹ ਜਿਹੜਾ ਬਲੂ ਜਿਹਾ ਪਾਰਟ ਹੈਗਾ, ਇਜ਼ ਦੈਟ ਉਹ ਸੌਫਟ ਲਾਈਕ ਰਬਰ ਹੁੰਦਾ ਉਹ? ਹਾਂਜੀ, ਨਹੀਂ, ਇਹ ਗ੍ਰਿਸਲ ਹੁੰਦਾ, ਹਾਂ, ਜਿਹੜਾ ਕਿ ਬਹੁਤ ਸਮੂਥ ਹੁੰਦਾ ਵਾ, ਬਹੁਤ ਸਮੂਥ ਹੁੰਦਾ, ਬਹੁਤ ਸਮੂਥ ਹੁੰਦਾ। ਬੇਸਿਕਲੀ ਉਹ ਸਟਾਪ ਕਰਦਾ ਕਿ ਹੱਡੀ ਨਾਲ ਰਗੜਦਾ ਨਹੀਂ। ਬਿਲਕੁਲ, ਹਾਂਜੀ। ਅਤੇ ਜਦੋਂ ਵੇਅਰ ਐਂਡ ਟੇਅਰ ਹੁੰਦਾ, ਇਹ ਕਾਫੀ ਥਿਨ ਹੋ ਜਾਂਦਾ, ਇਰੈਗੂਲਰ ਹੋ ਜਾਂਦਾ, ਸੌਫਟ ਹੋ ਜਾਂਦਾ, ਔਰ ਫਿਰ ਕਈ ਦਫਾ ਇੰਨਾ ਘਸ ਜਾਂਦਾ ਕਿ ਜਿਹੜੀ ਇਹਦੇ ਹੇਠਾਂ ਹੱਡੀ ਹੈਗੀ ਆ ਉਹ ਐਕਸਪੋਜ਼ ਹੋ ਜਾਂਦੀ ਆ। ਔਰ ਕਈ ਦਫਾ ਤੁਸੀਂ ਲੋਕਾਂ ਤੋਂ ਸੁਣਿਆ ਵੀ ਹੋਣਾ, ਉਹ ਕਹਿੰਦੇ ਸਾਡੇ ਗੋਡਿਆਂ 'ਚੋਂ ਆਵਾਜ਼ ਆਉਂਦੀ ਹੈ, ਕ੍ਰੀਕ ਦੀ ਆਵਾਜ਼ ਜਾਂ ਕਲਿਕਿੰਗ, ਉੱਠਣ ਬੈਠਣ ਲੱਗੇ ਕਲਿੱਕ ਕਰਕੇ ਆਵਾਜ਼ ਆਉਂਦੀ ਅਤੇ ਉਹ ਇਸੇ ਕਰਕੇ ਹੁੰਦੀ ਹੈ ਕਿਉਂਕਿ ਆਹ ਜਿਹੜਾ ਸਮੂਥ ਸਟਰਕਚਰ ਹੁੰਦਾ ਨਾ, ਗ੍ਰਿਸਲ ਜਿਹਨੂੰ ਜਾਂ ਕਾਰਟਲੇਜ ਕਹਿੰਦੇ ਆ, ਉਹ ਡੈਮੇਜ ਹੋ ਜਾਂਦਾ। ਭਾਜੀ ਕੋਈ ਤੁਸੀਂ ਏਜ ਦਾ ਦੱਸਿਆ ਰਿਲੇਟਡ ਹੈਗਾ ਆ, ਵੈਦਰ ਦਾ ਕੋਈ ਫਰਕ ਪੈਂਦਾ ਹੈ? ਵੈਦਰ ਦੇ ਵਿੱਚ ਜਿੱਦਾਂ ਠੰਡੀ ਕੰਟਰੀ ਦੇ ਵਿੱਚ ਮੈਂ ਸੁਣਿਆ ਜ਼ਿਆਦਾ ਪ੍ਰੋਬਲਮ ਹੈਗੀ ਦੈਨ ਦਾ ਹੌਟ ਕੰਟਰੀ ਦੇ ਵਿੱਚ, ਟ੍ਰੋਪੀਕਲ ਜੇ ਵੈਦਰ ਹੋਵੇ। ਨਹੀਂ, ਵੈਦਰ ਦੇ ਨਾਲ ਜਿਹੜੇ ਸਿੰਪਟਮਸ ਹੁੰਦੇ ਨਾ, ਉਹ ਥੋੜ੍ਹੇ ਜ਼ਿਆਦਾ ਪ੍ਰੋਮੀਨੈਂਟ ਹੋ ਜਾਂਦੇ ਆ। ਪਰ ਜਿਹੜਾ ਵੈਦਰ ਇਟਸੈਲਫ, ਉਹਦੇ ਨਾਲ ਕੋਈ ਆਰਥਰਾਈਟਿਸ ਤੇ ਵੀ ਉਹਦੇ ਵਜ੍ਹਾ ਨਾਲ ਆਰਥਰਾਈਟਿਸ ਜ਼ਿਆਦਾ ਹੁੰਦੀ ਹੈ, ਇਸ ਤਰ੍ਹਾਂ ਕੁਛ ਨਹੀਂ ਹੈਗਾ। ਜੇ ਕਿਸੇ ਨੂੰ ਆਰਥਰਾਈਟਿਸ ਹੈਗੀ ਹੈ, ਜੇ ਤੁਸੀਂ ਵਾਰਮਰ ਵੈਦਰ 'ਚ ਚਲੇ ਜਾਓ, ਗੋਡੇ ਥੋੜ੍ਹੇ ਕੰਫਰਟੇਬਲ ਲੱਗਦੇ ਨੇ। ਇਸ ਕਰਕੇ ਤੁਸੀਂ ਕਈ ਦਫਾ ਮੇਰੇ ਕੋਲ ਕਈ ਪੇਸ਼ੈਂਟਸ ਆਉਂਦੇ ਨੇ, ਉਹ ਕਹਿੰਦੇ ਨੇ ਵੀ ਜਦੋਂ ਅਸੀਂ ਇੰਡੀਆ ਗਏ ਸੀਗੇ, ਸਾਡੇ ਜਿਹੜੇ ਜੋੜ ਸੀ ਕਾਫੀ ਫਰੀ ਮਹਿਸੂਸ ਕਰਦੇ ਸੀਗੇ, ਕੰਫਰਟੇਬਲ। ਉਹ ਸਿਰਫ ਇਹ ਵੀ ਕਿ ਵਾਰਮਰ ਵੈਦਰ ਹੁੰਦਾ ਅਤੇ ਮਸਲਸ ਥੋੜ੍ਹੇ ਰਿਲੈਕਸ ਹੁੰਦੇ ਨੇ ਅਤੇ ਸਿੰਪਟਮ ਉਹਨਾਂ ਨੂੰ ਬੈਟਰ ਫੀਲ ਕਰਦੇ ਨੇ। ਡਾਕਟਰ ਜਿੱਦਾਂ ਹੁਣ ਤੁਸੀਂ ਨਾ ਹੋਰ ਵੀ ਆਪਾਂ ਦਿਖਾਵਾਂਗੇ, ਬੜਾ ਅੱਛੇ ਮਾਡਲ ਹੈਗੇ, ਬੜਾ ਡਰ ਲੱਗਦਾ ਦੇਖ ਕੇ ਕਿ ਤੁਸੀਂ ਕੀ ਕੁਛ ਕਰਦੇ ਹੋ ਯਾਰ ਗੋਡੇ ਨੂੰ ਸਹੀ ਕਰਨ ਨੂੰ। ਯਾਰ ਮੈਂ ਤੁਹਾਨੂੰ ਆਪਰੇਸ਼ਨ ਬਾਰੇ ਵੀ ਗੱਲ ਕਰਾਂਗਾ। ਅਤੇ ਜਦੋਂ ਤੁਸੀਂ ਡਾਕਟਰ ਨੂੰ ਮਿਲਦੇ ਹੋ, ਜੀਪੀ ਨੂੰ ਤੁਹਾਨੂੰ ਰਿਕਮੈਂਡ ਕੀਤਾ ਜਾਂਦਾ, ਸਪੈਸ਼ਲਿਸਟ ਜਿੱਦਾਂ ਸਾਡੇ ਭਾਜੀ ਹੈਗੇ ਡਾਕਟਰ ਕੇਵਲ, ਤੁਸੀਂ ਤਾਂ ਸਿੱਧਾ ਕਹੋਗੇ ਵੀ ਆਪਰੇਸ਼ਨ ਹੋਏਗਾ ਇਹਦਾ, ਨੈਚੁਰਲੀ ਪੇਨ ਕਿਲਰ ਹੁੰਦਾ ਹੈ। ਆਮ ਜਨਤਾ ਦੇ ਵਿੱਚ ਜਿਹੜੀ ਗੱਲ ਕੀਤੀ ਜਾਂਦੀ ਹੈ ਵਰਡ ਟੂ ਮਾਊਥ, ਇੱਕ ਦੂਜੇ ਨੂੰ ਕਹਿੰਦੇ ਨਾ ਜੀ ਆਪਰੇਸ਼ਨ ਨਾ ਕਰੇ, ਆਪਰੇਸ਼ਨ ਨਾ ਕਰੇ, ਬਟ ਦੇयर ਆਰ ਫਿਊ ਪੀਪਲ ਆਊਟ ਦੇयर ਜਿਨ੍ਹਾਂ ਨੇ ਆਪਰੇਸ਼ਨ ਕਰਦੇ 100% ਰਾਈਟ। ਉਹ ਮੈਂ ਚਾਹਾਂਗਾ ਪਲੀਜ਼ ਜਰਾ ਬ੍ਰੇਕ ਤੋਂ ਬਾਅਦ ਥੋੜ੍ਹੀ ਜਿਹੀ ਗੱਲਾਂ ਕਰ ਲਈਏ। ਅਗਰ ਕਿਸੇ ਨੇ ਆਪਰੇਸ਼ਨ ਕਰਾਉਣਾ ਹੈ ਜਾਂ ਤੁਹਾਡਾ ਹੋ ਚੁੱਕਾ ਨਾ, ਪਲੀਜ਼ ਕਾਲ ਕਰਕੇ, ਬਹੁਤ ਅੱਛਾ ਲੱਗੇਗਾ ਜੇ ਆਪਣੀ ਫੀਡਬੈਕ ਦੋਗੇ, ਪਤਾ ਲੱਗਣਾ ਚਾਹੀਦਾ ਹੈ ਅਗਰ ਜਿਨ੍ਹਾਂ ਦੇ ਆਪਰੇਸ਼ਨ ਹੋਇਆ ਹਾਊ ਦੇ ਫੀਲ ਅਬਾਊਟ ਇਟ, ਉਹ ਕੀ ਰਿਕਮੈਂਡ ਕਰਦੇ ਨੇ। ਅਤੇ ਤੁਸੀਂ ਡਾਇਗਨੋਸ ਕਿੱਦਾਂ ਕਰਦੇ ਹੋ ਇਹ ਚੀਜ਼? ਹਾਂਜੀ, ਜਿਹੜਾ ਸਾਰਿਆਂ ਤੋਂ ਇੰਪੋਰਟੈਂਟ ਜਿਹੜਾ ਹੈਗਾ, ਅਸੀਂ ਜਦੋਂ ਵੀ ਪੇਸ਼ੈਂਟ ਨੂੰ ਦੇਖਦੇ ਹਾਂ ਜਾਂ ਜਦੋਂ ਜਨਰਲ ਪ੍ਰੈਕਟੀਸ਼ਨਰ ਜੀਪੀ ਨੂੰ ਪੇਸ਼ੈਂਟਸ ਨੂੰ ਦੇਖਦੇ ਨੇ, ਉਹ ਪਹਿਲਾਂ ਪੇਸ਼ੈਂਟ ਤੋਂ ਸਵਾਲ ਪੁੱਛਦੇ ਨੇ ਵੀ ਕਿੰਨੀ ਕੁ ਪੇਨ ਹੈਗੀ ਹੈ ਤੁਹਾਨੂੰ, ਹੋਰ ਕੀ ਗੋਡੇ ਦੀ ਵਜ੍ਹਾ ਨਾਲ ਤਕਲੀਫ ਆ, ਤੁਸੀਂ ਕਿੰਨਾ ਕੁ ਡਿਸਟੈਂਸ ਚੱਲ ਸਕਦੇ ਹੋ, ਕਿਹੜੇ ਫੰਕਸ਼ਨਸ 'ਤੇ ਤੁਹਾਡੇ ਅਸਰ ਹੈਗਾ। ਹਾਂਜੀ, ਵੀ ਪੌੜੀਆਂ ਚੜ੍ਹਨ 'ਤੇ ਜ਼ਿਆਦਾ ਤਕਲੀਫ ਆ, ਹੇਠਾਂ ਉਤਰਨ ਤਕਲੀਫ ਆ, ਬੈਠੇ ਵੀ ਪੇਨ ਹੁੰਦੀ ਆ, ਸੋਜਿਸ਼ ਕਿੰਨੀ ਕੁ ਹੁੰਦੀ ਆ, ਰਾਤ ਨੂੰ ਤੁਹਾਡੀ ਨੀਂਦ ਤਾਂ ਨਹੀਂ ਖੁੱਲ੍ਹਦੀ, ਪੇਨ ਕਿਲਰਸ ਕਿੰਨੇ ਕੁ ਫਰੀਕੁਐਂਟਲੀ ਲੈਣੇ ਪੈਂਦੇ ਨੇ, ਹੋਰ ਕਿਤੇ ਪੇਨ ਤਾਂ ਨਹੀਂ। ਕਈ ਦਫਾ ਗੋਡਿਆਂ 'ਚ ਜਿਹੜੀ ਤਕਲੀਫ ਹੁੰਦੀ ਆ ਉਹ ਗੋਡਿਆਂ ਦੀ ਵਜ੍ਹਾ ਨਾਲ ਨਹੀਂ ਹੁੰਦੀ, ਹਿੱਪ ਦੀ ਵਜ੍ਹਾ ਨਾਲ ਵੀ ਹੁੰਦੀ ਹੈ, ਜਾਂ ਕਈ ਦਫਾ ਬੈਕ ਦੀ ਕਰਕੇ ਹੁੰਦੀ ਹੈ। ਇਸ ਕਰਕੇ ਜਦੋਂ ਵੀ ਅਸੀਂ ਪੇਸ਼ੈਂਟਸ ਨੂੰ ਪੁੱਛਦੇ ਹਾਂ ਸਵਾਲ, ਸਾਡਾ ਮੇਨ ਏਮ ਇਹੀ ਹੁੰਦਾ ਵੀ ਉਹਨਾਂ ਦੀ ਲੋਕਲਾਈਜ਼ ਕਰ ਲਈ ਪੇਨ ਗੋਡਿਆਂ ਤੋਂ ਜਾਂ ਹੋਰ ਕਿਤੋਂ ਤਾਂ ਨਹੀਂ ਆ ਰਹੀ। ਫਿਰ ਕਈ ਦਫਾ ਗੋਡਿਆਂ ਦੀ ਜਿਹੜੀ ਪੇਨ ਹੁੰਦੀ ਆ ਉਹ ਸਰਕੂਲੇਸ਼ਨ ਦੀ ਵਜ੍ਹਾ ਨਾਲ ਵੀ ਹੁੰਦੀ ਹੈ। ਕਈਆਂ ਦੀ ਜਿਹੜੀ ਹੈ ਆਰਟਰੀਜ਼ ਹੁੰਦੀਆਂ, ਸਰਕੂਲੇਸ਼ਨ ਦੀ ਕਮੀ ਹੁੰਦੀ ਆ, ਜਾਂ ਥੋੜ੍ਹੀ ਆਰਟਰੀਜ਼ ਨੈਰੋ ਹੋ ਜਾਂਦੀਆਂ, ਉਹਨਾਂ ਨੂੰ ਵੀ ਲੱਤਾਂ 'ਚ ਪੇਨ ਹੁੰਦੀ ਹੈ। ਉਹ ਅਸੀਂ ਫਿਰ ਜਦੋਂ ਉਹਨਾਂ ਦੇ ਪੁੱਛਦੇ ਹਾਂ, ਉਹ ਰੂਲ ਆਊਟ ਕਰਦੇ ਹਾਂ ਜਾਂ ਕਨਫਰਮ ਕਰਦੇ ਹਾਂ। ਇਨਵੈਸਟੀਗੇਸ਼ਨ ਜਿਹੜੀ ਹੁੰਦੀ ਹੈ ਸਾਰਿਆਂ ਤੋਂ ਇੰਪੋਰਟੈਂਟ ਹੁੰਦੀ ਹੈ ਐਕਸਰੇ। ਅਸੀਂ ਜਦੋਂ ਵੀ ਥੋੜ੍ਹਾ ਸਾਨੂੰ ਸ਼ੱਕ ਪਵੇ, ਔਰ ਖ਼ਾਸ ਕਰਕੇ ਜਦੋਂ ਟਰੀਟਮੈਂਟ ਸ਼ੁਰੂ ਕਰਨੀ ਹੈ, ਅਸੀਂ ਸਾਰਿਆਂ ਤੋਂ ਪਹਿਲਾਂ ਐਕਸਰੇ ਕਰਵਾਉਂਦੇ ਹਾਂ। ਐਕਸਰੇ ਵੀ ਸਪੈਸ਼ਲ ਹੁੰਦੇ ਨੇ, ਅਸੀਂ ਪੇਸ਼ੈਂਟ ਨੂੰ ਚਾਹੁੰਦੇ ਹਾਂ ਵੀ ਉਹ ਖੜ੍ਹੇ ਹੋ ਕੇ ਆਪਣੇ ਗੋਡਿਆਂ ਦੇ ਐਕਸਰੇ ਕਰਵਾਉਣ। ਉਹਦੇ ਨਾਲ ਜਦੋਂ ਖੜ੍ਹੇ ਹੁੰਦੇ ਨੇ ਸਾਨੂੰ ਪਤਾ ਲੱਗਦਾ ਵੀ ਜਿਹੜਾ ਸਪੇਸ ਹੈਗਾ ਆਹ ਦੋ ਹੱਡੀਆਂ 'ਚ, ਨੋਰਮਲੀ
4-5 ਮਿਲੀਮੀਟਰ ਦਾ ਗੈਪ ਹੁੰਦਾ ਵਾ। ਉਹ ਗੈਪ ਇਸ ਕਰਕੇ ਹੁੰਦਾ ਕਿਉਂਕਿ ਆ ਜਿਹੜੀ ਗ੍ਰਿਸਲ ਹੁੰਦੀ ਆ ਉਹ ਟੱਚ ਕਰਦੇ ਉਹ ਗੈਪ ਉਹਦੀ ਕਰਕੇ ਹੁੰਦਾ। ਜਦੋਂ ਇਹ ਗ੍ਰਿਸਲ ਪਤਲੀ ਹੋ ਜਾਂਦੀ ਆ ਫਿਰ ਉਹਨਾਂ ਇਹ ਗੈਪ ਘੱਟ ਜਾਂਦਾ। ਉਹ ਸਾਨੂੰ ਜਦੋਂ ਐਕਸਰੇ ਤੋਂ ਪਤਾ ਲੱਗ ਜਾਂਦਾ ਵੀ ਕਿੰਨਾ ਕੁ wear and tear ਹੈਗਾ, ਕਿੰਨਾ ਜੁਆਇੰਟ ਸਪੇਸ ਉਹਨਾਂ ਦਾ ਘਟਿਆ ਹੈਗਾ ਵਾ। ਉਹਦੇ ਬੇਸਿਸ 'ਤੇ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ wear and tear ਕਿੰਨਾ ਕੁ ਹੈਗਾ ਵਾ। ਭਾਜੀ ਮੈਨੂੰ ਨਾ ਮੈਂ ਕਰ ਵੀ ਮੈਡੀਕਲ ਸ਼ੋਅ ਕਰਦਾ, ਮੈਨੂੰ ਇੰਨਾ ਇੰਟਰਸਟ ਹੋ ਰਿਹਾ, ਬੜੇ ਪਿਆਰ ਬੜੀ ਮੈਂ ਸ਼ੌਂਕ ਦੇ ਨਾਲ ਦੇਖਦਾ, ਰੀਅਲੀ ਇੰਜੋਏ ਦੈਟ। ਅਤੇ ਇਸੇ ਕਰਕੇ ਇੱਦਾਂ ਦੇ ਸ਼ੋਅ ਲੈ ਕੇ ਆਉਂਦੇ ਆ, ਬਹੁਤ ਇੰਪੋਰਟੈਂਟ ਹੈਗੇ ਨੇ। ਡਾਕਟਰ ਜੀ ਜਿਹੜੇ ਹੁਣ ਨਾ ਜਦੋਂ ਬੰਦੇ ਨੂੰ ਪੇਨ, ਲੈਟ ਮੀ ਸੀ ਹਾਊ ਕੈਨ ਆਸਕ ਯੂ ਦ ਕੁਐਸਚਨ, ਉਹ ਕਦੋਂ ਜੀਪੀ ਨੂੰ ਮਿਲੇ? ਕਈ ਲੋਕ ਹੁੰਦੇ ਨੇ ਕਿ ਦੇ ਐਕਸੈਪਟਡ, ਚਲ ਮੈਂ ਪੇਨ ਕਿਲਰ ਖਾਣਾ ਚੱਲੀ ਜਾਂਦਾ। ਅਦਰ ਦੇ ਬੀਨ ਟੋਲਡ ਬਾਈ ਦ ਪੀਪਲ ਕਿ ਤੂੰ ਆਪਰੇਸ਼ਨ ਨਾ ਕਰਾਈ, ਤੂੰ ਇੱਦਾਂ ਹੀ ਜੀ ਜਾ। ਹੁਣ ਅਗਰ ਉਹਦੀ ਬੁਨਿਆਦ ਨਿਕਲ ਜਾਵੇ, ਬਹੁਤ ਸਾਲ ਉਹਨੇ ਕੀਤੇ, ਉਹਦੇ ਫਿਰ ਵੀ ਚਾਂਸ ਹੈਗੇ ਕਿ ਆਪਰੇਸ਼ਨ ਹੋ ਕੇ ਠੀਕ ਹੋ ਸਕਦਾ? ਟਾਈਮ ਲਿਮਿਟ ਹੈ ਕੁਛ? ਹਾਂਜੀ, ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਵਾਂ ਵੀ ਐਜ਼ ਏ ਸਰਜਨ ਆਈ ਲਵ ਆਪਰੇਟਿੰਗ, ਲਵ ਟੂ ਡੂ ਸਰਜਰੀ। ਪਰ ਸਾਡਾ ਜਿਹੜਾ ਪਹਿਲਾ ਏਮ ਹੁੰਦਾ ਇਹੀ ਹੁੰਦਾ ਵੀ ਬਿਨਾਂ ਆਪਰੇਸ਼ਨ ਤੋਂ ਪੇਸ਼ੈਂਟ ਦੇ ਸਿੰਪਟਮ ਠੀਕ ਯੂ ਟਰਾਈ ਦੈਟ ਫਸਟ? ਬਿਲਕੁਲ ਜੀ। ਕੋਈ ਵੀ ਜਿਹੜੇ ਸਰਜਨ ਹੁੰਦਾ ਉਹਨਾਂ ਦਾ ਏਮ ਇਹੀ ਹੁੰਦਾ ਵੀ, ਮੈਨੂੰ ਲੱਗਦਾ ਜਿੱਦਾਂ ਤੁਸੀਂ ਉਹਨੇ ਕਿਹਾ ਕਿ ਮੈਂ ਇੰਜੋਏ ਕਰਦਾ, ਬੰਦਾ ਆਇਆ ਤੂੰ ਕਿ ਲੈ ਯਾਰ ਮੈਂ ਆਪਰੇਸ਼ਨ ਕਰਾ ਤੇਰਾ। ਨਹੀਂ, ਪਰ ਫਿਰ ਵੀ ਸਾਡਾ ਏਮ ਇਹੀ ਹੁੰਦਾ ਵੀ ਆਪਰੇਸ਼ਨ ਤੋਂ ਬਗੈਰ ਜਿਹੜੇ ਸਿੰਪਟਮਸ ਕੰਟਰੋਲ ਹੋ ਜਾਣ ਜਾਂ ਠੀਕ ਹੋ ਜਾਣ। ਪਰ ਜਦੋਂ ਵੀ ਤੁਸੀਂ ਗੱਲ ਕਰ ਰਹੇ ਸੀ ਪੇਸ਼ੈਂਟ ਨੂੰ ਕਦੋਂ ਆਪਣੇ ਜੀਪੀ ਕੋਲ ਜਾਣਾ ਚਾਹੀਦਾ, ਪਹਿਲਾਂ ਤਾਂ ਜੇ ਸਿੰਪਟਮਸ ਐਕਸਰਸਾਈਜ਼ ਜਾਂ ਔਡ ਪੇਨ ਕਿਲਰਸ ਦੇ ਨਾਲ ਠੀਕ ਹੋ ਜਾਂਦੇ ਆ ਫਿਰ ਉਹਨਾਂ ਨੂੰ ਕੁਛ ਕਰਨ ਦੀ ਲੋੜ ਨਹੀਂ ਹੈਗੀ। ਪਰ ਜੇ ਉਹਨਾਂ ਦੇ ਸਿੰਪਟਮਸ 2-3 ਹਫ਼ਤੇ ਤੋਂ ਠੀਕ ਨਹੀਂ ਹੋ ਰਹੇ ਫਿਰ ਉਹਨਾਂ ਨੂੰ ਆਪਣੇ ਜੀਪੀ ਦੇ ਨਾਲ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਅਤੇ ਜੀਪੀ ਦਾ ਵੀ ਏਮ ਇਹੀ ਹੁੰਦਾ ਵੀ ਉਹ ਆਪਣੇ ਉੱਥੇ ਪ੍ਰੈਕਟਿਸ 'ਚ ਹੀ ਉਹਨਾਂ ਦੇ ਸਿੰਪਟਮਸ ਠੀਕ ਕੀਤੇ ਜਾਣ। ਅਤੇ ਸਾਰਿਆਂ ਤੋਂ ਪਹਿਲਾਂ ਪੇਸ਼ੈਂਟਸ ਨੂੰ ਇਹੀ ਜਦੋਂ ਪੂਰਾ ਅਸੈਸ ਕਰਕੇ ਉਹਨਾਂ ਨੂੰ ਇਹੀ ਦੱਸਦੇ ਨੇ ਵੀ ਤੁਹਾਨੂੰ ਆਪਣੇ ਲਾਈਫ ਸਟਾਈਲ 'ਚ ਕੀ ਚੇਂਜ ਕਰਨਾ ਚਾਹੀਦਾ। ਅਤੇ ਸਾਰਿਆਂ ਤੋਂ ਇੰਪੋਰਟੈਂਟ ਜਿਹੜਾ ਹੈਗਾ ਪੇਨ ਕਿਲਰਸ ਉਹਨਾਂ ਨੂੰ ਦਿੰਦੇ ਹੈਗੇ ਨੇ ਵੀ ਤੁਸੀਂ ਇਹ ਪੇਨ ਕਿਲਰ ਸਾਰਿਆਂ ਤੋਂ ਸਿੰਪਲ ਪੇਨ ਕਿਲਰਸ ਦੇ ਕੇ ਵੀ ਤੁਸੀਂ ਇੰਨੇ ਫਰੀਕੁਐਂਟਲੀ ਲੈ ਸਕਦੇ ਹੋ, ਇਹਦੇ ਨਾਲ ਸਿੰਪਟਮਸ ਕੰਟਰੋਲ ਹੋ ਜਾਣੇ। ਜੇ ਪੇਸ਼ੈਂਟ ਦਾ ਵਜ਼ਨ ਜ਼ਿਆਦਾ ਹੈਗਾ ਉਹਨਾਂ ਨੂੰ ਜ਼ਰੂਰ ਦੱਸਦੇ ਨੇ ਵੀ ਜੇ ਤੁਸੀਂ ਵਜ਼ਨ ਕੰਟਰੋਲ ਕਰ ਲਓ ਉਹਦੇ ਨਾਲ ਵੀ ਸਿੰਪਟਮਸ ਤੁਹਾਡੇ ਕਾਫੀ ਠੀਕ ਹੋਣਗੇ। ਵਜ਼ਨ ਦਾ ਜਿਹੜਾ ਕੰਟਰੋਲ ਕਰਨਾ ਬਹੁਤ ਇੰਪੋਰਟੈਂਟ ਹੈਗਾ। ਜੇ ਕੋਈ ਵੀ ਪੇਸ਼ੈਂਟ ਆਪਣੇ 5 ਕਿਲੋ ਵੀ ਵਜ਼ਨ ਘਟਾਵੇ, ਜਦੋਂ ਉਹ ਇੱਕ ਪੈਰ 'ਤੇ ਖੜ੍ਹਾ ਹੁੰਦਾ ਉਸ ਪੈਰ 'ਤੇ ਉਹ 15 kg 3 ਟਾਈਮਸ ਜਿਹੜਾ ਜਿੰਨਾ ਵਜ਼ਨ ਘਟਾਇਆ ਓਨਾ ਅਸਰ ਹੁੰਦਾ ਵਾ। ਇਸ ਕਰਕੇ ਬਹੁਤ ਜ਼ਰੂਰੀ ਆ ਵਜ਼ਨ ਘਟਾਉਣਾ, ਪੇਨ ਕਿਲਰਸ ਅਤੇ ਵੇਟ ਲਾਸ। ਭਾਜੀ ਕਿਆ ਕਮਾਲ ਦੀ ਗੱਲ ਆ। ਤੁਸੀਂ ਦੇਖੋ ਜਿਹੜੀਆਂ ਕਾਰਾਂ ਵਗੈਰਾ ਲੈ ਲਓ, ਕੁਛ ਲੈ ਲਓ, ਮੈਨੂਫੈਕਚਰ ਕਰਦੇ ਨੇ, ਉਹਦੇ ਉੱਪਰ ਤੁਸੀਂ ਕਿੰਨਾ ਵੇਟ ਪਾ ਸਕਦੇ ਹੋ, ਉਹਦੇ ਐਕਸਲ 'ਤੇ ਕਿੰਨਾ ਉਹਦੀ ਸਟਰੈਂਥ ਹੈਗੀ, ਉਹਨੂੰ ਲੈ ਸਕਦਾ ਵੇਟ। ਇਹ ਰੱਬ ਨੇ ਵੀ ਉਹੀ ਚੀਜ਼ ਕੀਤੀ, ਤੁਸੀਂ ਦੇਖੋ ਹੈ। ਬਿਲਕੁਲ ਅਸੀਂ ਮਿਸਯੂਜ਼ ਕਰਦੇ ਹਾਂ। ਕਈ ਦਫਾ ਬੰਦਾ ਕਹਿੰਦਾ ਕਿਸੇ ਬੰਦੇ ਦੇ ਬੜੇ ਲੱਤਾਂ 'ਚ ਦਰਦ ਸੀਗਾ, ਉਹ ਜਦੋਂ ਡਾਕਟਰ ਦੇ ਗਿਆ ਉਹ ਕਹਿੰਦਾ ਸਭ ਤੋਂ ਪਹਿਲਾਂ ਤੁਸੀਂ ਆਪਣਾ ਪੇਟ ਕਢਾਓ, ਜਿਹੜਾ ਗੋਡਿਆਂ 'ਤੇ ਭਾਰ ਪਾਇਆ ਉਹਨੂੰ ਘੱਟ ਕਰੋ। ਮੇਕ ਸੈਂਸ ਨਾ ਉਹਦਾ। ਬਿਲਕੁਲ। ਅਤੇ ਇਹੀ ਬਹੁਤ ਜ਼ਰੂਰੀ ਆ ਵੇਟ ਘਟਾਉਣਾ। ਜੇ ਵੀ ਕੋਈ ਓਵਰਵੇਟ ਹੈਗਾ ਉਹਨੂੰ ਆਪਣਾ ਭਾਰ ਜ਼ਰੂਰ ਘਟਾਉਣਾ ਚਾਹੀਦਾ। ਅਤੇ ਇਹ ਮੈਂ ਇਸ ਕਰਕੇ ਦੱਸਿਆ ਵੀ ਜੇ ਤੁਸੀਂ 1 ਕਿਲੋ ਵੀ ਘਟਾਓਗੇ, ਤੁਸੀਂ ਜਿਹੜੀ ਵਜ਼ਨ ਤੁਸੀਂ ਲੱਤ 'ਤੇ ਪਾ ਰਹੇ ਹੋ ਉਹ 'ਤੇ 3 ਟਾਈਮਸ ਉਹਦਾ ਅਸਰ ਹੁੰਦਾ ਵਾ। ਭਾਜੀ ਨੈਚੁਰਲੀ ਜਦੋਂ ਤੁਸੀਂ ਵੇਟ ਪਾਇਆ ਉਹਨੂੰ ਟੱਚ ਕਰੇਗੀ ਫਿਰ ਉਹ ਚੀਜ਼ ਨੂੰ। ਬਿਲਕੁਲ, ਹਾਂਜੀ। ਅਤੇ ਬਹੁਤ ਜ਼ਰੂਰੀ ਹੈ ਵਜ਼ਨ ਘਟਾਉਣਾ। ਭਾਜੀ ਹੁਣ ਜਦੋਂ ਤੁਸੀਂ ਜੀਪੀ ਨੂੰ ਮਿਲੇ ਦੈਨ ਓਬਵੀਅਸਲੀ ਹੀ ਗੋਇੰ ਟੂ ਰੈਫਰ ਟੂ ਦ ਸਪੈਸ਼ਲਿਸਟ ਲਾਈਕ ਯੂਰਸੈਲਫ। ਤੁਸੀਂ ਡਿਸੀਜਨ ਬਣਾ ਲਈ ਕਿ ਹੁਣ ਸਰਜਰੀ ਕਰਨੀ ਪਏਗੀ ਤੁਹਾਨੂੰ, ਦੈਨ ਵਾਟ ਹੈਪਨਸ ਆਫਟਰ ਦੈਟ? ਕੀ ਹੁੰਦਾ ਪਿਆ? ਵਾਟ ਡਜ਼ ਯੂ ਨੀਡ ਟੂ ਡੂ, ਵਾਟ ਡਜ਼ ਦ ਪੇਸ਼ੈਂਟ ਨੀਡ ਟੂ ਡੂ? ਹਾਂਜੀ, ਇਸ ਤੋਂ ਪਹਿਲਾਂ ਆਪਾਂ ਸਰਜਰੀ ਵੱਲ ਲਈਏ, ਮੈਂ 1-2 ਚੀਜ਼ਾਂ ਹੋਰ ਦੱਸਣਾ ਚਾਹੁੰਦਾ ਵੀ ਵੇਟ ਰਿਡਕਸ਼ਨ ਬਹੁਤ ਜ਼ਰੂਰੀ ਹੈਗਾ ਵਾ। ਫਿਰ ਫਿਜ਼ੀਓਥੈਰੇਪੀ ਬਹੁਤ ਜ਼ਰੂਰੀ ਹੈਗੀ ਆ, ਰੈਗੂਲਰ ਐਕਸਰਸਾਈਜ਼ਸ ਬਹੁਤ ਜ਼ਰੂਰੀ ਹੈਗੀਆਂ। ਉਹਦੇ ਨਾਲ ਇੱਕ ਤਾਂ ਮਸਲ ਟੋਨ ਕਾਫੀ ਚੰਗੀ ਰਹਿੰਦੀ ਹੈ। ਫਿਰ ਜੇ ਤੁਹਾਡੇ ਝਟਕਾ ਵਗੈਰਾ ਜਾਂ ਸਪਰੇਨ ਵਗੈਰਾ ਪੈ ਜਾਏ, ਮਸਲ ਜਿਹੜੇ ਹੁੰਦੇ ਆ ਤੁਹਾਨੂੰ ਬਚਾ ਲੈਂਦੇ ਨੇ। ਫਿਜ਼ੀਓਥੈਰੇਪੀ ਇਸ ਕਰਕੇ ਜ਼ਰੂਰੀ। ਯੋਗਾ ਜੇ ਤੁਹਾਨੂੰ ਆਉਂਦਾ ਇਹ ਸ਼ੌਕ ਆ ਉਹ ਜ਼ਰੂਰੀ ਕਰਨਾ ਚਾਹੀਦਾ। ਕਈ ਦਫਾ ਆਪਾਂ ਜੇ ਖਾਸ ਕਰਕੇ ਏਸ਼ੀਅਨ ਪੇਸ਼ੈਂਟਸ ਨੂੰ ਜੇ ਤੁਸੀਂ ਦੱਸੋ ਵੀ ਤੁਸੀਂ ਸੋਟੀ ਨਾਲ ਤੁਰ ਲਓ, ਉਹ ਥੋੜ੍ਹੇ ਹੈਜ਼ੀਟੈਂਟ ਹੁੰਦੇ ਆ, ਉਹ ਲੈਣਾ ਨਹੀਂ ਚਾਹੁੰਦੇ।
ਪਰ ਉਹ ਕਾਫੀ ਫਾਇਦੇਮੰਦ ਹੁੰਦੀ ਹੈ ਕਿਉਂਕਿ ਤੁਸੀਂ ਜਿਹੜਾ ਵਜਨ ਸੋਟੀ 'ਤੇ ਪਾਓਗੇ ਉਹ ਤੁਹਾਡਾ ਨੀ 'ਤੇ ਬਚਾਅ ਹੋਊਗਾ ਪਰ ਇਜ਼ ਦੈਟ ਰੀਅਲੀ ਮੇਕਸ ਅ ਡਿਫਰੈਂਸ ਬਿਕਾਜ਼ ਲੋਟ ਆਫ ਪੀਪਲ ਫੀਲ ਕਰਦੇ ਨੇ ਪਹਿਲੀ ਗੱਲ ਤੇ ਐਮਬੈਰਸਮੈਂਟ ਫੀਲ ਕਰਦੇ ਨੇ ਯਾਰ ਮੈਨੂੰ ਹੁਣੀ ਮੈਂ ਸੋਟੀ ਫੜ ਲਈ ਆ ਪਰ ਅਗਰ ਉਹ ਡਜ਼ ਇਟ ਰੀਅਲੀ ਹੈਲਪ ਕਿ ਉਹ ਬਿਲਕੁਲ। ਈਜ਼ ਕਰ ਦਿੰਦਾ ਉੱਥੇ ਬਿਲਕੁਲ ਹਾਂਜੀ ਜਿਹੜਾ ਤੁਸੀਂ ਵਜਨ ਨੀ 'ਤੇ ਪਾਉਣਾ ਉਹ ਹੱਥ ਦੇ ਰਾਹੀਂ ਤੁਹਾਡਾ ਸਟਿਕ ਸੋਟੀ 'ਤੇ ਤੇ ਪੈਂਦਾ। ਜਾ ਰਿਹਾ। ਹਾਂਜੀ ਇਸ ਕਰਕੇ ਥੋੜਾ ਪ੍ਰੋਟੈਕਸ਼ਨ ਮਿਲ ਜਾਂਦੀ ਹੈ ਗੋਡੇ ਨੂੰ ਇਸ ਕਰਕੇ ਬਹੁਤ ਜ਼ਰੂਰੀ ਹੈ ਕਰਚਿਸ ਜਾਂ ਸਟਿਕ ਜਾਂ ਜ਼ਿਮਰ ਫਰੇਮ ਜਿਹੜੇ ਆ ਨਾ ਇਹ ਲੈਣੇ ਚਾਹੀਦੇ ਆ। ਫਿਰ ਕਈ ਦਫਾ ਤੁਹਾਨੂੰ ਨਾ ਸਪਲਿੰਟ ਵੀ ਦੇਣੇ ਪੈਂਦੇ ਉਹਦੇ ਨਾਲ ਨੀ ਜੇ ਤੁਹਾਡਾ ਬਹੁਤ ਵਿੰਗਾ ਹੈਗਾ ਵਾ ਬਾਹਰ ਨੂੰ ਹੈਗਾ ਜਾਂ ਅੰਦਰ ਨੂੰ ਹੈਗਾ ਸਪਲਿੰਟ ਨਾਲ ਤੁਹਾਡਾ ਨੀ ਸਿੱਧਾ ਰੱਖਿਆ ਜਾ ਸਕਦਾ ਅਤੇ ਥੋੜ੍ਹਾ ਜਿਹੜਾ ਆਫ ਰੋਡ ਕਰ ਸਕਦੇ ਆ। ਇਹ ਚੀਜ਼ਾਂ ਜਿਹੜੀਆਂ ਅਸੀਂ ਇਸ ਕਰਕੇ ਯੂਜ਼ ਕਰਦੇ ਹਾਂ ਵੀ ਸਾਡਾ ਜਿਹੜਾ ਮੇਨ ਏਮ ਹੈਗਾ ਆਪਰੇਸ਼ਨ ਅਵੋਇਡ ਕਰਨਾ। ਜੇ ਇਹਨਾਂ ਚੀਜ਼ਾਂ ਦੇ ਨਾਲ ਨਾ ਵੀ ਕੋਈ ਇੰਪਰੂਵਮੈਂਟ ਹੋਵੇ ਫਿਰ ਅਸੀਂ ਰეკਮੈਂਡ ਕਰਦੇ ਹਾਂ ਇੰਜੈਕਸ਼ਨਸ। ਇੰਜੈਕਸ਼ਨ ਵੀ ਜਿਹੜੇ ਹੁੰਦੇ ਦੋ ਤਰ੍ਹਾਂ ਦੇ ਹੁੰਦੇ ਇੱਕ ਆਰਟੀਫਿਸ਼ੀਅਲ ਲੂਬਰੀਕੈਂਟ ਹੁੰਦੇ ਨੇ ਉਹਦੇ ਨਾਲ ਜੇ ਤੁਹਾਨੂੰ ਜ਼ਿਆਦਾ ਐਡਵਾਂਸਡ ਪ੍ਰੋਬਲਮ ਨਹੀਂ ਹੈਗੀ 6 ਮਹੀਨੇ ਆਰਾਮ ਨਾਲ ਨਿਕਲ ਜਾਂਦੇ ਕਈ ਦਫਾ ਇਸ ਤੋਂ ਵੀ ਜ਼ਿਆਦਾ। ਜੇ ਬਹੁਤ ਜ਼ਿਆਦਾ ਨੀ ਘਸਿਆ ਹੈ ਫਿਰ ਅਸੀਂ ਸਟੈਰੋਇਡ ਇੰਜੈਕਟ ਕਰਦੇ ਹਾਂ। ਅੱਛਾ ਅੱਛਾ ਜੇ ਇਸ ਤੋਂ ਬਾਅਦ ਵੀ ਨਹੀਂ ਹੋਵੇ ਫਿਰ ਦੈਨ ਵੀ ਟਾਕ ਅਬਾਊਟ ਸਰਜਰੀ ਅਤੇ ਸਰਜਰੀ ਵੀ ਕਈ ਤਰ੍ਹਾਂ ਦੀ ਹੈਗੀ ਹੈ। ਪਹਿਲਾਂ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਮਾਈਨਰ ਆਪਰੇਸ਼ਨ ਦੇ ਨਾਲ ਨੀ ਠੀਕ ਹੋਇਆ ਹੋਵੇ। ਮਾਈਨਰ ਆਪਰੇਸ਼ਨ ਜਿਹੜਾ ਹੁੰਦਾ ਅਸੀਂ ਕੈਮਰਾ ਪਾ ਕੇ ਦੇਖਦੇ ਹਾਂ ਜਿਹਨੂੰ ਅਸੀਂ ਆਰਥਰੋਸਕੋਪੀ ਕਹਿੰਦੇ ਹਾਂ ਅਤੇ ਬਹੁਤ ਛੋਟੇ ਛੋਟੇ ਦੋ ਇੰਨੇ ਇਨਸੀਜਨ ਲਾ ਕੇ ਅਸੀਂ ਕੈਮਰਾ ਅੰਦਰ ਪਾ ਕੇ ਫਿਰ ਵੀ ਕਲੀਨ ਇਟ ਅਪ ਐਂਡ ਰਿਮੂਵ ਜਿਹੜੇ ਲੂਜ਼ ਬਿਟਸ ਹੁੰਦੇ ਆ ਨਾ ਜਾਂ ਕਾਰਟਲੇਜ ਡੈਮੇਜ ਹੁੰਦੀ ਆ ਉਹਦੇ ਨਾਲ ਕਰਦਾ। ਕਈ ਪੇਸ਼ੈਂਟਸ ਨੂੰ ਖਾਸ ਕਰ ਜਿਨ੍ਹਾਂ ਦਾ ਗੋਡਾ ਲੌਕ ਹੁੰਦਾ ਜਾਂ ਸਡਨਲੀ ਕੋਲੈਪਸ ਹੁੰਦਾ ਜਾਂ ਉਹਨਾਂ ਨੂੰ ਪੇਨਫੁਲ ਕਲਿਕਿੰਗ ਹੁੰਦੀ ਆ ਉਹਨਾਂ ਨੂੰ ਫਾਇਦਾ ਮਿਲਦਾ ਹੈਗਾ। ਜਿਹੜਾ ਇਹਨਾਂ ਦਾ ਬਹੁਤ ਜ਼ਿਆਦਾ ਘਸਿਆ ਹੋਵੇ ਉਹਨਾਂ ਪੇਸ਼ੈਂਟਸ ਨੂੰ ਜਿਹੜਾ ਕੀ ਹੋਲ ਸਰਜਰੀ ਦਾ ਫਾਇਦਾ ਨਹੀਂ ਹੁੰਦਾ। ਜੇ ਉਸ ਤੋਂ ਬਾਅਦ ਵੀ ਨਹੀਂ ਠੀਕ ਹੁੰਦਾ ਫਿਰ ਇਹ ਜਿਹੜੇ ਯੰਗ ਪੇਸ਼ੈਂਟ ਹੁੰਦੇ ਆ ਜਿਨ੍ਹਾਂ ਦੇ ਗੋਡੇ ਕਾਫੀ ਡਿਫਾਰਮਡ ਹੁੰਦੇ ਆ ਫਿਰ ਉਹਨਾਂ ਦੀ ਅਸੀਂ ਇੱਕ ਟੈਕਨੀਕ ਹੈ ਆਸਟੀਓਟਮੀ ਜਿਹਦੇ ਨਾਲ ਅਸੀਂ ਸਰਜੀਕਲੀ ਬੋਨ ਨੂੰ ਬ੍ਰੇਕ ਕਰਕੇ ਉਹਨੂੰ ਰੀਅਲਾਈਨ ਕਰ ਦਿੰਦੇ ਹਾਂ। ਉਹ ਯੰਗਰ ਪੇਸ਼ੈਂਟਸ ਹੈਗਾ। ਫਿਰ ਜਿਨ੍ਹਾਂ ਦੀ ਉਮਰ ਕਾਫੀ ਹੁੰਦੀ ਹੈ ਔਰ ਕਾਫੀ ਗੋਡਾ ਘਸਿਆ ਹੋਇਆ ਜਿਹਦੇ ਬਾਕੀ ਅਸੀਂ ਸਾਰੇ ਟਰੀਟਮੈਂਟਸ ਟਰਾਈ ਕਰ ਚੁੱਕੇ ਹਾਂ ਉਹ ਫੇਲ ਹੋ ਚੁੱਕੇ ਹਾਂ ਫਿਰ ਉਹਨਾਂ ਨੂੰ ਅਸੀਂ ਨੀ ਰਿਪਲੇਸਮੈਂਟ ਰეკਮੈਂਡ ਕਰਦੇ ਹਾਂ। ਡਾਕਟਰ ਸਾਹਿਬ ਕਿਹੜੇ ਟਾਈਪ ਦੇ ਜੁਆਇੰਟ ਰਿਪਲੇਸਮੈਂਟ ਹੈਗੀ ਹੈ ਕੀ ਕੁਛ ਹੈਗਾ ਜਿਹੜੇ ਹੋਰ ਕੋਈ ਦਿਖਾਓ। ਮੈਂ ਮਾਡਲਸ ਲੈ ਕੇ ਆਇਆ ਨਾਲ ਬਹੁਤ ਅੱਛੀ ਗੱਲ ਅਤੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਇਹ ਜਿਹੜਾ ਹੈਗਾ ਨੀ ਜਿਹੜਾ ਹੈਗਾ ਸਾਰਿਆਂ ਤੋਂ ਕਾਮਨ ਹੈਗਾ ਇਹਨੂੰ ਕਹਿੰਦੇ ਟੋਟਲ ਨੀ ਰਿਪਲੇਸਮੈਂਟ। ਅਤੇ ਇਹਦੇ 'ਚ ਕੀ ਹੁੰਦਾ ਇਹ ਸਾਰਾ ਰਿਪਲੇਸ ਹੁੰਦਾ ਹੈ। ਹਾਂਜੀ ਇਹਦੇ 'ਚ ਜਿਹੜਾ ਆਹ ਥਾਈ ਕੰਪੋਨੈਂਟ ਹੈਗਾ ਅਤੇ ਅਸੀਂ ਬੋਨ ਨੂੰ ਇਸ ਤਰ੍ਹਾਂ ਦੀ ਸ਼ੇਪ ਕਰਕੇ ਅਤੇ ਇਹ ਜਿਹੜਾ ਮੈਟਲ ਕੰਪੋਨੈਂਟ ਹੈਗਾ ਇਹ ਥਾਈ 'ਚ ਪਾ ਦਿੰਦੇ ਹਾਂ। ਫਿਰ ਉਸ ਤੋਂ ਬਾਅਦ ਜਿਹੜਾ ਲੈਗ ਨੂੰ ਇਹ ਸ਼ੇਪ ਮੈਟਲ ਦਾ ਹੁੰਦਾ ਕੰਪੋਨੈਂਟ ਹਾਂਜੀ ਇਹ ਜਿਹੜਾ ਮੈਟਲ ਦਾ ਹੁੰਦਾ। ਫਿਰ ਆਹ ਜਿਹੜਾ ਕੰਪੋਨੈਂਟ ਹੈਗਾ ਜਿਹੜਾ ਲੈਗ ਬੋਨ 'ਤੇ ਆਉਂਦਾ ਇਹ ਪਾ ਦਿੰਦੇ ਅਤੇ ਵਿਚਾਲੇ ਇਹ ਸਪੈਸ਼ਲ ਪਲਾਸਟਿਕ ਹੁੰਦੀ ਹੈ। ਕੀ ਕਮਾਲ ਦੀ ਗੱਲ ਹੈ ਅਤੇ ਇਹ ਜਿਹੜੀ ਪਲਾਸਟਿਕ ਇੰਨੀ ਸਟਰੋਂਗ ਹੁੰਦੀ ਆ ਇਹ ਸਾਲ 'ਚ 0.01 ਮਿਲੀਮੀਟਰ ਕੱਸਦੀ ਆ। ਮਤਲਬ ਆਪਾਂ ਚੱਲਦੇ ਫਿਰਦੇ ਜੋ ਵੀ ਮਰਜ਼ੀ ਕਰਦੇ ਰਹੀਏ ਅਤੇ ਬਹੁਤ ਸਾਲ ਲੱਗਦੇ ਆ ਇਹਨੂੰ ਕੱਸਣ ਨੂੰ ਅਤੇ ਸਪੈਸ਼ਲ ਪਲਾਸਟਿਕ ਹੈਗੀ ਅਤੇ ਇਹ ਜਿਹੜਾ ਸਾਰਿਆਂ ਤੋਂ ਕਾਮਨ ਟਾਈਪ ਹੈਗਾ ਨੀ ਰਿਪਲੇਸਮੈਂਟ। ਇੱਥੇ ਨੀ ਕੈਪ ਮਿਸਿੰਗ ਹੈਗੀ ਆ। ਇਜ਼ ਦੈਟ ਅ ਬਿਗ ਆਪਰੇਸ਼ਨ ਹੈ ਭਲਾ? ਹਾਂਜੀ ਇਟਸ ਮੇਜਰ ਆਪਰੇਸ਼ਨ। ਮੇਜਰ ਆਪਰੇਸ਼ਨ ਅਤੇ ਇਹ ਸਾਰਿਆਂ ਤੋਂ ਕਾਮਨ ਨੀ ਹੈਗਾ ਵਾ। ਇੱਕ ਹੋਰ ਤਰ੍ਹਾਂ ਦਾ ਹੈਗਾ ਨੀ ਰਿਪਲੇਸਮੈਂਟ ਉਹਦੇ 'ਚ ਜਿਹਨੂੰ ਪਾਰਸ਼ਲ ਨੀ ਰਿਪਲੇਸ ਕਹਿੰਦੇ ਉਹ ਜਿਹੜਾ ਇੱਕ ਪਾਸਾ ਜਿਹੜਾ ਆਪਣੀ ਏਸ਼ੀਅਨ ਕਮਿਊਨਿਟੀ ਜਿਹੜਾ ਹੈਗਾ ਨਾ ਅਤੇ ਜਿਹੜਾ ਅੰਦਰਲਾ ਪਾਸਾ ਗੋਡੇ ਦਾ ਇਹ ਸਾਰਿਆਂ ਤੋਂ ਜ਼ਿਆਦਾ ਘੱਸਾ ਹੈਗਾ ਵਾ ਅਤੇ ਉਹਦੇ ਵਾਸਤੇ ਖਾਸ ਕਰ ਜਿਹੜੇ ਯੰਗ ਪੇਸ਼ੈਂਟ ਹੁੰਦੇ ਆ ਜਿਨ੍ਹਾਂ 'ਚ ਬਾਹਰਲਾ ਪਾਸਾ ਜਿਹੜਾ ਗੋਡੇ ਦਾ ਇੰਨਾ ਘਸਿਆ ਨਹੀਂ ਹੁੰਦਾ ਜਾਂ ਨੀ ਕੈਪ ਇੰਨੀ ਜ਼ਿਆਦਾ ਨਹੀਂ ਘਸੀ ਹੋਈ ਅਤੇ ਉਹਨਾਂ ਦਾ ਗੋਡਾ ਪੂਰੀ ਤਰ੍ਹਾਂ ਸਿੱਧਾ ਹੋ ਜਾਂਦਾ ਜ਼ਿਆਦਾ ਬੈਂਡ ਨਹੀਂ ਹੁੰਦਾ ਜਾਂ ਇਸ ਤਰ੍ਹਾਂ ਨਹੀਂ ਘੁੰਮਿਆ ਹੋਇਆ ਜ਼ਿਆਦਾ ਉਹਨਾਂ 'ਚ ਅਸੀਂ ਇਹ ਯੂਨੀ ਕੰਪਾਰਟਮੈਂਟ ਜਿਹੜਾ ਕਹਿੰਦੇ ਆ ਜਾਂ ਪਾਰਸ਼ਲ ਰਿਪਲੇਸਮੈਂਟ ਕਰਦੇ ਆ। ਇਹ ਇਸ ਤਰ੍ਹਾਂ ਦਾ ਨਜ਼ਰ ਹੁੰਦਾ ਬਾਹਰੋਂ ਅਤੇ ਇਹਦੇ 'ਚ ਸਪੈਸ਼ਲ ਪਲਾਸਟਿਕ ਹੁੰਦੀ ਹੈ ਜਿਹੜੀ ਕਿ ਇਸ ਤਰ੍ਹਾਂ ਜਿਵੇਂ ਮੂਵ ਕਰਦੇ ਹਾਂ ਉਹ ਹਿਲਦੀ ਰਹਿੰਦੀ ਹੈ। It looks unreal, honestly, so sophisticated. ਡਾਕਟਰ ਸਾਹਿਬ ਅਸੀਂ ਗੱਲ ਜਾਰੀ ਰੱਖਾਂਗੇ ਇੱਕ ਪਹਿਲਾਂ ਕਾਲ ਲੈ ਲਈ ਅਸੀਂ। ਹੈਲੋ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਹਾਂ। ਆਪਣਾ ਨਾਮ ਦੱਸਣਾ ਚਾਹੋਗੇ? ਮੈਂ ਦੇਸਰਾਜ ਬੋਲਦਾ ਜੀ। ਭਾਜੀ ਸਤਿ ਸ਼੍ਰੀ ਅਕਾਲ ਭਾਜੀ ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤਾ ਬਹੁਤ ਅੱਛਾ ਕੀ ਕਹਿਣਾ ਚਾਹੁੰਦੇ ਹੋ?
ਮੈਂ ਡਾਕਟਰ ਹੋਣਾ ਨਾ ਪਾਲ ਜੀ ਗੱਲ ਕਰਨੀ ਆ ਤੁਸੀਂ ਤੇ ਜਿਹੜੀ ਨਾਲੇ ਗੱਲ ਤੁਹਾਨੂੰ ਕਰਦੇ ਵੀ ਨਾ, ਪਹਿਲਾਂ ਤਾਂ ਜੇ- ਮੈਂ ਕਹਾਂ ਕਿ ਤੁਹਾਡਾ ਪ੍ਰੋਗਰਾਮ ਵੀ ਨਾ ਬਹੁਤ ਅੱਛਾ ਹੁੰਦਾ ਕਿ ਅਸੀਂ ਹਰ ਇੱਕ ਵੀਕ ਸੁਣਦੇ ਹਾਂ ਥੈਂਕ ਯੂ ਸਰ, ਥੈਂਕ ਯੂ। ਪਲੱਸ ਇਟ ਇਜ਼ ਵੈਰੀ ਇਨਫੋਰਮੇਟਿਵ ਹਾਂ ਤੇ ਤੁਸੀਂ ਹਮੇਸ਼ਾ ਗੈਸਟ ਜਿੱਦਾਂ ਹੀ ਲੈ ਕੇ ਆਉਣੇ ਅੱਜ ਵੀ ਤੁਸੀਂ ਵਨ ਆਫ ਦਾ ਬੈਸਟ ਗੈਸਟ ਯੂ ਹੈਵ ਬ੍ਰੌਟ ਓਵਰ। ਥੈਂਕ ਯੂ ਸਰ, ਥੈਂਕ ਯੂ। ਮਿਹਰਬਾਨੀ ਜੀ। ਤੁਸੀਂ ਕੀ ਹੋਰ ਕੀ ਹਾਂਜੀ ਅੱਛਾ ਮੇਰਾ ਸਵਾਲ ਤਾਂ ਸਿੰਪਲ ਜਿਹਾ ਹੀ ਆ ਡਾਕਟਰ ਕੇਵਲ ਹੋਣਾ ਨੇ ਨਾ ਮੇਰਾ ਦੋਨੇ ਗੋਡਿਆਂ ਦੇ ਆਪਰੇਸ਼ਨ ਕੀਤੇ ਸੀਗੇ ਅਬਾਊਟ 15 ਇਅਰਸ ਬੈਕ। ਅੱਛਾ ਅੱਛਾ, ਇੰਨੀ ਦੇਰ ਹੋ ਗਈ ਹੈ। ਤੇ ਉਦੋਂ ਦਾ ਮੈਂ ਜਾਣੀ ਕਿ ਗੋਲਫ ਵੀ ਖੇਡਦਾ ਤੇ ਟਵਾਈਸ ਅ ਵੀਕ ਹਾਂ ਤੇ ਮੈਨੂੰ ਕੋਈ ਪੇਨ ਨਹੀਂ ਹੈਗੀ ਤੇ ਨਾ ਮੈਨੂੰ ਜਾਣੀ ਮੇਰੀ ਕੁਆਲਿਟੀ ਆਫ ਲਾਈਫ ਹੈਜ਼ ਇੰਪਰੂਵਡ ਅ ਲੋਟ। ਕੀ ਬਾਤ ਹੈ, ਵੈਰੀ ਨਾਈਸ, ਬਹੁਤ ਅੱਛੀ ਗੱਲ, ਵੈਰੀ ਨਾਈਸ। ਥੈਂਕ ਯੂ। ਤੇ ਪਲੱਸ ਕਿ ਮੈਂ ਵਾਕ ਵੀ ਕਰਦਾ। ਹੁਣ ਮੈਨੂੰ ਦੱਸੋ ਡਾਕਟਰ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਇਹਨਾਂ ਗੋਡਿਆਂ ਦੇ ਵਿੱਚ ਹੁਣ ਲਾਈਫ ਕਿੰਨੀ ਕੁ ਰਹਿੰਦੀ ਆ ਹੋਰ ਕਿ ਮੈਨੂੰ ਕਿਤੇ ਵਾਪਸ ਫੇਰ ਤਾਂ ਨਹੀਂ ਭਾਜੀ ਦੇਸਰਾਜ ਜੀ, ਭਾਜੀ ਦੇਸਰਾਜ, ਇਹ ਮੇਰਾ ਨੈਕਸਟ ਕੁਐਸਚਨ ਸੀਗਾ। ਮੈਂ ਅੱਛਾ ਲੱਗਦਾ ਕਿ ਤੁਸੀਂ ਮੇਰੇ ਵਿਆਹ ਪੁੱਛ ਲਿੱਤਾ। ਇਹ ਵੀ ਇੱਕ ਮੇਰਾ ਕੁਐਸਚਨ ਸੀਗਾ, ਮੈਂ ਚਾਹਾਂਗਾ ਡਾਕਟਰ ਜੀ ਤੁਹਾਡਾ ਰਿਪਲਾਈ ਕਰਨਗੇ। ਜੀ ਡਾਕਟਰ ਸਾਹਿਬ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜਦੋਂ ਮੈਂ ਪ੍ਰੈਕਟਿਸ ਸ਼ੁਰੂ ਕੀਤੀ ਸੀ ਅੱਜ ਤੋਂ 25 ਸਾਲ ਪਹਿਲਾਂ, ਉਦੋਂ ਅਸੀਂ ਹਮੇਸ਼ਾ ਗੱਲ ਕਰਦੇ ਸੀ 10 ਸਾਲ ਵੀ 10 ਸਾਲ ਆਰਟੀਫਿਸ਼ੀਅਲ ਜਿਹੜੇ ਚੱਲਦੀ ਹੈ। ਨੀਜ਼ ਹੈਗੇ ਨਿਕਲ ਆਉਂਦੇ ਨੇ। ਹੁਣ ਜਿਹੜੇ ਟੈਕਨੀਕ ਇੰਨੀ ਚੰਗੀ ਹੋ ਗਈ ਆ, ਡਿਜ਼ਾਈਨਸ ਇੰਨੇ ਚੰਗੇ ਹੋ ਗਏ ਨੇ, ਓਵਰ 90% ਆਫ ਜਿਹੜੇ ਆਰਟੀਫਿਸ਼ੀਅਲ ਨੀਜ਼ ਹੈਗੇ ਆ ਇਹ 15 ਸਾਲ 20 ਸਾਲ ਈਵਨ ਲੋਕ ਕਹਿੰਦੇ ਨੇ ਵੀ 25 ਸਾਲ ਵੀ ਨਿਕਲ ਜਾਂਦੇ ਨੇ। ਪਰ ਜਿੰਨੇ ਜਿਵੇਂ ਉਹ ਟਾਈਮ ਵੱਧਦਾ ਰਹਿੰਦਾ ਉਵੇਂ ਉਵੇਂ ਰਿਸਕ ਜਿਹੜਾ ਹੁੰਦਾ ਲੂਜ਼ਨਿੰਗ ਜਿਹਨੂੰ ਜਾਂ ਇਹ ਲੂਜ਼ ਹੋ ਜਾਂਦੇ ਨੇ ਉਵੇਂ ਵੱਧਦਾ ਰਹਿੰਦਾ ਵਾ। ਪਰ ਮੇਰੇ ਹਿਸਾਬ ਨਾਲ ਜਿੰਨੇ ਵੀ ਅੱਜ ਕੱਲ੍ਹ ਦੇ ਡਿਜ਼ਾਈਨਸ ਹੈਗੇ ਨੇ ਉਹ ਓਵਰ 90% 20 ਸਾਲ ਚੱਲਣੇ ਚਾਹੀਦੇ। 20 ਸਾਲ ਚੱਲਣੇ ਚਾਹੀਦੇ। ਬਹੁਤ ਚੰਗਾ ਰਿਜ਼ਲਟ ਹੈਗਾ। ਖੁਸ਼ੀ ਦੀ ਗੱਲ ਹੈ, ਬਹੁਤ ਟਾਈਮ ਜੇ ਫਿਰ 10 ਸਾਲ ਬਾਅਦ ਜੇ ਲੋੜ ਪਵੇ ਕਿਸੇ ਨੂੰ ਕੀ ਫਿਰ ਉਹ ਸਾਰਾ ਪ੍ਰੋਸੈਸ ਫਿਰ ਚੇਂਜ ਕਰਨਾ ਪੈਂਦਾ। ਐਗਜ਼ੈਕਟਲੀ। ਹਾਂਜੀ, ਫਿਰ ਜਿਵੇਂ ਆਪਾਂ MOT ਹੈ ਪਾਰਟ ਚੇਂਜ ਕਰਦੇ ਹੈਗੇ ਆ, ਉਹ ਜੇ ਗੋਡਾ ਲੂਜ਼ ਹੋ ਜਾਵੇ ਫਿਰ ਉਹ ਰਿਵੀਜ਼ਨ ਵੀ ਕਰ ਸਕਦੇ ਆ। ਉਹ ਜਿਹੜੇ ਪੁਰਾਣੇ ਕੰਪੋਨੈਂਟਸ ਹੈਗੇ ਆ ਆਪਰੇਸ਼ਨ ਕਰਕੇ ਉਹਨਾਂ ਨੂੰ ਕੱਢਿਆ ਜਾ ਸਕਦਾ, ਨਵੇਂ ਜਿਹੜੇ ਜੁਆਇੰਟਸ ਪਾਏ ਜਾ ਸਕਦੇ ਆ। ਉਹ ਸਿਰਫ ਇੱਕ ਫਰਕ ਹੁੰਦਾ, ਜਿਹੜੇ ਨਵੇਂ ਜਦੋਂ ਰਿਵੀਜ਼ਨ ਨਹੀਂ ਕਰਦੇ ਆ ਉਹਨਾਂ ਦੇ ਆਪਰੇਸ਼ਨਸ ਥੋੜ੍ਹੇ ਡਿਮਾਂਡਿੰਗ ਹੁੰਦੇ ਆ ਅਤੇ ਉਹਨਾਂ ਦਾ ਜਿਹੜਾ ਆਊਟਕਮ ਇੰਨਾ ਚੰਗਾ ਨਹੀਂ ਹੁੰਦਾ। ਜਿਹੜੇ ਫਸਟ ਟਾਈਮ ਜਿਹੜੇ ਜਿਹਨੂੰ ਪ੍ਰਾਇਮਰੀ ਨੀ ਰਿਪਲੇਸਮੈਂਟ ਕਰਨੇ ਆ ਉਹ ਚੱਲਦੇ ਨੇ। ਭਾਜੀ ਥੈਂਕ ਯੂ ਸੋ ਮਚ। ਦੇਸਰਾਜ ਜੀ ਥੈਂਕ ਯੂ ਤੁਹਾਡੇ ਕਾਲ ਕਰਨ ਦਾ। ਥੈਂਕ ਯੂ ਜੀ। ਡਾਕਟਰ ਸਾਹਿਬ ਥੈਂਕ ਯੂ ਸਰ, ਥੈਂਕ ਯੂ। ਬਸ ਹੋਰ ਕੋਈ ਜਵਾਬ ਤਾਂ ਨਹੀਂ, ਕੋਈ ਸਵਾਲ ਪੁੱਛਣਾ? ਆ think ਚਲੇ ਗਏ। ਥੈਂਕ ਯੂ, ਬਹੁਤ ਅੱਛਾ ਲੱਗਦਾ ਹੈ। ਪਲੀਜ਼ ਹੋਰ ਕਿਸੇ ਨੇ ਕਾਲ ਕਰਨਾ, ਲੈਣਾ ਖੁੱਲੀਆਂ 020857142779। ਡਾਕਟਰ ਸਾਹਿਬ ਇਹਦੇ ਉੱਪਰ ਰਿਸਕ ਕਿੰਨੀ ਹੈ ਸਰਜਰੀ ਦੀ? ਹਾਊ ਮਚ ਰਿਸਕ ਯੂ ਕੈਰੀ? ਹਾਂਜੀ, ਜਿਵੇਂ ਪਹਿਲਾਂ ਕਿਹਾ ਸੀ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਆਪਰੇਸ਼ਨ ਅਵੋਇਡ ਕਰਨ ਵਾਸਤੇ। ਉਹਦਾ ਮੇਨ ਮਕਸਦ ਇਹ ਹੁੰਦਾ ਵੀ ਹਰੇਕ ਸਰਜਰੀ ਦੇ ਰਿਸਕ ਹੁੰਦੇ ਨੇ ਔਰ ਅਸੀਂ ਪੇਸ਼ੈਂਟਸ ਨੂੰ ਅਨਨੈਸੈਸਰੀਲੀ ਐਕਸਪੋਜ਼ ਨਹੀਂ ਕਰਨਾ ਚਾਹੁੰਦੇ ਸਰਜਰੀ ਔਰ ਅਨਨੈਸੈਸਰੀ ਰਿਸਕ। ਅਤੇ ਹਰੇਕ ਆਪਰੇਸ਼ਨ ਦੇ ਰਿਸਕ ਹੁੰਦੇ ਨੇ। ਇਹਦੇ ਜਿਹੜੇ ਬੈਨੀਫਿਟਸ ਹਮੇਸ਼ਾ ਜ਼ਿਆਦਾ ਹੁੰਦੇ ਨੇ, ਰਿਸਕ ਬਹੁਤ ਘੱਟ ਹੁੰਦੇ ਆ। ਪਰ ਜਦੋਂ ਵੀ ਅਸੀਂ ਪੇਸ਼ੈਂਟਸ ਨੂੰ ਵੇਟਿੰਗ ਲਿਸਟ 'ਤੇ ਪਾਉਂਦੇ ਹਾਂ ਅਸੀਂ ਪੇਸ਼ੈਂਟਸ ਨੂੰ ਬੈਨੀਫਿਟਸ ਜ਼ਰੂਰ ਦੱਸਦੇ ਹਾਂ ਔਰ ਫਿਰ ਰਿਸਕ ਹੁੰਦੇ ਆ ਉਹ ਵੀ ਦੱਸਦੇ ਹਾਂ। ਜਿਹੜੇ ਸਾਰਿਆਂ ਤੋਂ ਕਾਮਨ ਰਿਸਕਸ ਹੁੰਦੇ ਨੇ ਉਹ ਹੁੰਦੇ ਆ ਇਨਫੈਕਸ਼ਨ। ਅਸੀਂ ਹਮੇਸ਼ਾ ਪੇਸ਼ੈਂਟ ਨੂੰ ਕਹਿੰਦੇ ਹਾਂ ਵੀ ਜਿਹੜਾ ਵੀ ਕੋਈ ਆਪਰੇਸ਼ਨ ਹੋਵੇ, ਚਾਹੇ ਨੀ ਰਿਪਲੇਸਮੈਂਟ ਆ ਜਾਂ ਹਿਪ ਆ, ਸ਼ੋਲਡਰ ਹੈਗਾ ਜਾਂ ਕੋਈ ਪੇਟ ਦਾ ਆਪਰੇਸ਼ਨ ਔਰ ਐਨੀ ਆਪਰੇਸ਼ਨ ਐਨੀਵੇਅਰ, ਉਹਦੇ 'ਚ ਰਿਸਕ ਇਨਫੈਕਸ਼ਨ ਦਾ ਜ਼ਰੂਰ ਹੁੰਦਾ। ਜਿਹੜੇ ਟੋਟਲ ਨੀ ਰਿਪਲੇਸਮੈਂਟ ਉਹਨਾਂ 'ਚ ਰਿਸਕ ਹੁੰਦਾ ਇਟਸ ਲੈਸ ਦੈਨ 1%। ਅਸੀਂ ਆਪਰੇਸ਼ਨ ਜਿਹੜੇ ਹੁੰਦੇ ਆ ਸਪੈਸ਼ਲ ਆਪਰੇਸ਼ਨ ਥੀਏਟਰ 'ਚ ਕਰਦੇ ਹਾਂ ਜਿਸ 'ਚ ਜਿਹੜੀ ਏਅਰ ਹੁੰਦੀ ਆ ਉਹ ਵੀ ਫਿਲਟਰਡ ਹੁੰਦੀ ਆ। ਉਹ ਜਿਹੜੇ ਬਗਸ ਹੁੰਦੇ ਆ ਉਹ ਫਿਲਟਰ ਕਰ ਦਿੰਦੇ ਆ ਜਸਟ ਟੂ ਰਿਡਿਊਸ ਇਨਫੈਕਸ਼ਨ। ਫਿਰ ਅਸੀਂ ਐਂਟੀਬਾਇਓਟਿਕਸ ਵੀ ਦਿੰਦੇ ਹਾਂ ਉਹ ਇਨਫੈਕਸ਼ਨ ਕੰਟਰੋਲ ਕਰਨ। ਪਰ ਦੇਰ ਇਜ਼ ਨਥਿੰਗ ਵਿਚ ਐਲੀਮੀਨੇਟਸ ਰਿਸਕਸ। ਅੱਛਾ ਅੱਛਾ। ਅਤੇ ਇਹ ਜ਼ਰੂਰ ਸਾਰਿਆਂ ਤੋਂ ਜ਼ਰੂਰੀ ਹੈ। ਫਿਰ ਜਿਹੜਾ ਦੂਸਰਾ ਹੁੰਦਾ ਰਿਸਕ, ਜਦੋਂ ਵੀ ਅਸੀਂ ਇਹ ਕੰਪੋਨੈਂਟਸ ਪਾਉਂਦੇ ਹੁੰਦੇ ਹਾਂ ਅਤੇ
ਗੋਡੇ ਦੇ ਚਾਰੋਂ ਪਾਸੇ ਕਾਫੀ ਇੰਪੋਰਟੈਂਟ ਸਟਰਕਚਰਸ ਹੁੰਦੇ, ਪਿੱਛੇ ਆਰਟਰੀਜ਼ ਜਾਂ ਵੇਨਸ ਟਿਊਬਸ ਹੁੰਦੀਆਂ ਨੇ, ਨਰਵਸ ਵੀ ਹੁੰਦੀਆਂ ਨੇ, ਉਹਨਾਂ ਦਾ ਡੈਮੇਜ ਹੁੰਦਾ ਰਿਸਕ ਦਾ। ਇਹ ਰਿਸਕ ਬਹੁਤ ਘੱਟ ਹੁੰਦੇ ਨੇ। ਪਰ ਇਹਦੇ ਤੁਸੀਂ ਪਾਉਂਦੇ ਹੋ ਚੀਜ਼ ਦੇ ਅੰਦਰ ਬੜੀ ਸ਼ਾਈਨ ਜੀ ਕਰਦੀ ਹੈ, ਹਾਂਜੀ। ਇਹ ਡਿਸਕੰਫਰਟ ਹੁੰਦੀ ਹੈ ਜਦੋਂ ਕਿ ਕਿਸੇ ਨਾਲ ਨਹੀਂ ਜੀ, ਪਤਾ ਨਹੀਂ ਲੱਗਦਾ ਕਿ ਤੁਸੀਂ ਪਾਇਆ? ਨੇ ਇੱਕ ਦਫਾ ਜਦੋਂ ਸਕਸੈਸਫੁਲ ਆਪਰੇਸ਼ਨ ਹੋ ਗਿਆ, ਤੁਸੀਂ ਯੂਜ਼ ਟੂ ਹੋਇਆ ਨੂੰ ਤੁਹਾਨੂੰ ਫੀਲ ਵੀ ਨਹੀਂ ਹੁੰਦਾ। ਅੱਛਾ, ਬਾਕੀ ਦੂਸਰਾ ਰਿਕਵਰੀ ਟਾਈਮ ਕੀ ਹੈ ਜਦੋਂ ਤੁਸੀਂ ਇੱਦਾਂ ਦਾ ਦਿਸ ਇਜ਼ ਅ ਮੇਜਰ ਆਪਰੇਸ਼ਨ, ਵਾਟਸ ਅ ਰਿਕਵਰੀ ਟਾਈਮ, ਕਿੰਨਾ ਟਾਈਮ ਲੱਗਦਾ? ਆਪਰੇਸ਼ਨ ਜਿਹੜਾ ਹੁੰਦਾ, ਆਪਾਂ ਜਿਵੇਂ ਚੱਲਾਂਗੇ ਹੁਣ ਪੂਰਾ ਉਹਦਾ ਪੁੱਛਾਂਗੇ। ਜਦੋਂ ਅਸੀਂ ਆਪਰੇਸ਼ਨ ਕਰਦੇ ਹਾਂ, ਨੈਕਸਟ ਡੇ ਅਸੀਂ ਪੇਸ਼ੈਂਟ ਨੂੰ ਚਲਾਉਣਾ ਸ਼ੁਰੂ ਕਰ ਦਿੰਦੇ ਹਾਂ, ਅਤੇ 3 ਜਾਂ 4 ਦਿਨਾਂ ਬਾਅਦ ਪੇਸ਼ੈਂਟ ਘਰ ਚਲਾ ਜਾਂਦਾ, ਫਿਰ ਉਹ ਹੌਲੀ ਹੌਲੀ ਰਿਕਵਰ ਹੋ ਜਾਂਦਾ, ਅਤੇ 6 ਹਫ਼ਤੇ ਕੇ ਬਾਅਦ ਅਸੀਂ ਪੇਸ਼ੈਂਟ ਨੂੰ ਕਹਿੰਦੇ ਹਾਂ ਵੀ ਜੇ ਉਹ ਚਾਹੁੰਦਾ ਡਰਾਈਵ ਕਰ ਸਕਦਾ, ਐਂਡ ਇਫ ਹੀ ਇਜ਼ ਫਿਟ ਇਨਫ ਟੂ ਡਰਾਈਵ। ਵੈਰੀ ਗੁੱਡ। ਆਪਾਂ ਇੱਕ ਕਾਲ ਲੈ ਲਈਏ ਫਿਰ ਆਪਾਂ ਹਾਂਜੀ, ਗੱਲ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ 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 ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਸਵਾਗਤ ਸਤਿ ਕਰਦੇ ਸ਼੍ਰੀ ਹਾਂ। ਅਕਾਲ ਤੁਸੀਂ ਜੀ। ਆਪਣਾ ਨਾਮ ਦੱਸਣਾ ਚਾਹੋਗੇ? ਮੈਂ ਆਪਣੇ ਮਦਰ ਦੇ ਬਿਹਾਫ ਤੇ ਕਰ ਰਹੀ ਹਾਂ। ਨੋ ਹਾਂਜੀ। ਪ੍ਰੋਬਲਮ। ਹਾਂਜੀ, ਤੁਸੀਂ ਜੇ ਗੱਲ ਕਰੋਗੇ ਹੁਣ ਡਾਕਟਰ ਸਾਹਿਬ ਸੁਣਦੇ ਨੇ, ਤੁਹਾਨੂੰ ਸਿੱਧਾ ਉਹ ਜਵਾਬ ਦੇਣਗੇ। ਆਪਣਾ ਸਵਾਲ ਪੁੱਛ ਲਵੋ। ਅੱਛਾ, ਤੇ ਉਹਨਾਂ ਮੇਰੇ ਮਦਰ ਨੂੰ ਨਾ ਹਾਰਟ ਪ੍ਰੋਬਲਮ ਆ, ਤੇ ਉਹਨਾਂ ਨੂੰ ਕਿਹਾ ਸੀ ਡਾਕਟਰ ਨੇ ਕਿ ਉਹਨਾਂ ਦੀ ਹੋ ਨਹੀਂ ਸਕਦੀ, ਨੀ ਰਿਪਲੇਸਮੈਂਟ ਸਰਜਰੀ ਨਹੀਂ ਹੋ ਸਕਦੀ, ਕੁਝ ਡਾਇਬੀਟਿਕ ਐਸ ਵੈਲ। ਹਾਂ ਤੇ ਉਹ ਫਿਰ ਉਹਨਾਂ ਨੇ ਕੰਸਲਟੈਂਟ ਨੇ ਕਿਹਾ ਸੀ ਕਿ ਹੋਰ ਕੋਈ ਨਵੀਂ ਟ੍ਰੀਟਮੈਂਟ ਆ ਰਹੀ ਹੈ। ਹਾਂਜੀ, ਭੈਣ ਜੀ, ਸਤਿ ਸ਼੍ਰੀ ਅਕਾਲ। ਬਹੁਤ ਅੱਛਾ ਸਵਾਲ ਹੈ ਤੁਹਾਡਾ। ਆਮ ਗਲੈਡ ਤੁਸੀਂ ਪੁੱਛਿਆ, ਡਾਕਟਰ ਸਾਹਿਬ ਜਵਾਬ ਦੇਣਗੇ ਹੁਣ। ਹਾਂਜੀ, ਅਸੀਂ ਜਦੋਂ ਵੀ ਪੇਸ਼ੈਂਟਸ ਦਾ ਫੈਸਲਾ ਇੱਕ ਵਾਰੀ ਕੀਤਾ ਵੀ ਉਹਨਾਂ ਨੂੰ ਫਾਇਦਾ ਹੋਣਾ ਨੀ ਰਿਪਲੇਸਮੈਂਟ, ਨੀ ਰਿਪਲੇਸਮੈਂਟ ਵਾਸਤੇ ਅਸੀਂ ਉਹਨਾਂ ਦਾ ਪ੍ਰੀ ਆਪਰੇਟਿਵ ਅਸੈਸਮੈਂਟ ਕਰਦੇ ਹਾਂ ਵੀ ਉਹ ਫਿਟ ਹੈਗੇ ਨੇ ਆਪਰੇਸ਼ਨ ਵਾਸਤੇ ਜਾਂ ਨਹੀਂ। ਅਤੇ ਮੈਜੋਰਿਟੀ ਜਿਹੜੇ ਪੇਸ਼ੈਂਟਸ ਹੁੰਦੇ ਨੇ ਉਹ ਫਿਟ ਹੀ ਹੁੰਦੇ ਨੇ, ਪਰ ਕਈ ਪੇਸ਼ੈਂਟਸ ਜਿਵੇਂ ਤੁਸੀਂ ਆਪਣੇ ਮਦਰ ਦਾ ਦੱਸਿਆ ਵੀ ਉਹਨਾਂ ਨੂੰ ਹਾਰਟ ਫੇਲੀਅਰ ਵਗੈਰਾ ਹੈਗਾ, ਅਤੇ ਅਸੀਂ ਫਿਜ਼ੀਸ਼ੀਅਨਸ ਨੂੰ ਕੰਸਲਟ ਕਰਦੇ ਹਾਂ ਵੀ ਉਹ ਪੇਸ਼ੈਂਟਸ ਦੀ ਸਿਹਤ ਆਪਟੀਮਾਈਜ਼ ਕਰ ਸਕਦੇ ਨਹੀਂ, ਜਾਂ ਉਹਨਾਂ ਦੇ ਹਾਰਟ ਫੇਲੀਅਰ ਕੰਟਰੋਲ ਕੀਤਾ ਜਾ ਸਕਦਾ ਨਹੀਂ। ਪਰ ਕਈ ਦਫਾ ਇਸ ਤਰ੍ਹਾਂ ਦੀ ਕੰਡੀਸ਼ਨਸ ਹੁੰਦੀਆਂ ਵੀ ਪੇਸ਼ੈਂਟਸ ਦੀ ਜਨਰਲ ਹੈਲਥ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ, ਉਹ ਬਿਲਕੁਲ ਇੰਪਰੂਵ ਨਹੀਂ ਕਰ ਸਕਦੇ। ਉਸ ਕੰਡੀਸ਼ਨਸ ਫਿਰ ਅਸੀਂ ਆਪਰੇਸ਼ਨਸ ਨਹੀਂ ਕਰ ਸਕਦੇ। ਇਸ ਤਰ੍ਹਾਂ ਦੇ ਪੇਸ਼ੈਂਟਸ ਅਸੀਂ ਟਰੀਟਮੈਂਟ ਜ਼ਿਆਦਾ ਉਹਨਾਂ ਨੂੰ ਅਸੀਂ, ਜਿਵੇਂ ਮੈਂ ਗੱਲ ਕਰ ਰਿਹਾ ਸੀ, ਆਰਟੀਫਿਸ਼ੀਅਲ ਲੂਬਰੀਕੈਂਟ ਯੂਜ਼ ਕਰ ਸਕਦੇ ਹਾਂ ਜਾਂ ਸਟੈਰੋਇਡਸ ਲਾ ਸਕਦੇ ਹਾਂ। ਹਾਂਜੀ, ਉਹਨਾਂ ਨੇ ਇੰਜੈਕਸ਼ਨ ਲਵਾਏ ਸੀਗੇ ਪਰ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਉਹਨਾਂ ਨੂੰ। ਹਾਂਜੀ, ਇੱਕ ਹੋਰ ਤੁਸੀਂ ਮੇਰੇ ਖਿਆਲ ਨਵੀਂ ਜਿਹੜੀ ਟਰੀਟਮੈਂਟ ਦੀ ਗੱਲ ਕਰ ਰਹੇ ਹੋ, ਉਹ ਹੈਗਾ ਬਲੱਡ ਦੇ ਕੰਪੋਨੈਂਟਸ ਹੁੰਦੇ ਨੇ, ਉਹ ਅਸੀਂ ਪੇਸ਼ੈਂਟਸ ਤੋਂ ਲੈ ਕੇ ਅਤੇ ਫਿਰ ਉਹੀ ਨੀ 'ਚ ਇੰਜੈਕਟ ਕਰਦੇ ਹਾਂ। ਉਹਨਾਂ ਦਾ ਜਿਹੜਾ ਅਜੇ ਆਊਟਕਮ ਹੈਗਾ, ਅਜੇ ਵੀ ਰਿਸਰਚ 'ਚ ਚੱਲ ਰਹੀ ਹੈਗੀ ਆ, ਅਜੇ ਵੀ ਡਿਬੇਟੇਬਲ ਹੈਗਾ ਵੀ ਉਹ ਕਿੰਨਾ ਕੁ ਇਫੈਕਟਿਵ ਹੈਗਾ ਵਾ, ਅਤੇ ਉਹ ਵਾਈਡਲੀ ਯੂਜ਼ ਨਹੀਂ ਹੁੰਦਾ। ਉਹ ਜਿਹੜਾ ਨਾਈਸ ਜਿਹੜੀ ਹੈਗੀ ਆ ਉਹ ਰਿਕਮੈਂਡ ਨਹੀਂ ਕਰਦੇ। ਕਈ ਲੋਕ ਪ੍ਰਾਈਵੇਟ ਸੈਕਟਰ 'ਚ ਯੂਜ਼ ਕਰਦੇ ਆ, ਇਟਸ ਕੁਆਇਟ ਐਕਸਪੈਂਸਿਵ, ਪਰ ਅਜੇ ਵੀ ਉਹਦੇ ਜਿਹੜੇ ਬੈਨੀਫਿਟਸ ਹੈਗੇ ਆ ਉਹ ਪ੍ਰੂਵ ਨਹੀਂ ਹੋਏ, ਅਤੇ ਇਸ ਕਰਕੇ ਉਹ ਬਹੁਤ ਜ਼ਿਆਦਾ ਫਰੀਕੁਐਂਟਲੀ ਯੂਜ਼ ਨਹੀਂ ਹੁੰਦਾ। ਪਰ ਜਿਹੜੇ ਅਨਫਿਟ ਪੇਸ਼ੈਂਟ ਹੈਗੇ ਨੇ ਉਹਨਾਂ 'ਚ ਮੇਰੇ ਖਿਆਲ ਇਟਸ ਵਰਥ ਟਰਾਈਂਗ। ਓਕੇ, ਤੇ ਪ੍ਰਾਈਵੇਟਲੀ ਅਵੇਲੇਬਲ ਹੈਗੀ ਕਿਉਂਕਿ ਉਹਨਾਂ ਕੋਲ ਹੈਗੀ ਹੈਲਥ ਇੰਸ਼ੋਰੈਂਸ। ਹਾਂਜੀ, ਪ੍ਰਾਈਵੇਟ ਹੈਲਥ ਇੰਸ਼ੋਰੈਂਸ ਹੈ, ਤੇ ਉਹ ਪ੍ਰਾਈਵੇਟਲੀ ਨਹੀਂ, ਕਈ ਦਫਾ ਜਿਹੜੇ ਹੈਲਥ ਇੰਸ਼ੋਰੈਂਸ ਵਾਲੇ ਵੀ ਨਾ, ਉਹ ਕਿਉਂਕਿ ਇਹ ਜਿਹੜੀ ਟਰੀਟਮੈਂਟ ਹੈਗੀ ਆ ਅਜੇ ਸਟਿਲ ਟਰਾਇਲ ਸਟੇਜ 'ਤੇ ਹੈਗਾ, ਅਤੇ ਉਹ ਇੰਸ਼ੋਰੈਂਸ ਵਾਲੇ ਵੀ ਨਹੀਂ ਪੇ ਕਰਦੇ। ਪਰ NHS ਤੇ ਅਵੇਲੇਬਲ ਹੈਗੀ? NHS ਵੀ ਨਹੀਂ ਅਵੇਲੇਬਲ ਹੈਗੀ, ਪਰ ਜਿਹੜੇ ਹੋਰ ਟਰੀਟਮੈਂਟ ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਵੀ ਆਰਟੀਫਿਸ਼ੀਅਲ ਲੂਬਰੀਕੈਂਟ, ਉਹ ਅਵੇਲੇਬਲ ਹੈਗੀ NHS 'ਤੇ, ਜਾਂ ਸਟੈਰੋਇਡਸ ਹੈਗੇ ਆ ਉਹ ਵੀ ਅਵੇਲੇਬਲ ਹੈਗੇ ਆ, ਉਹ ਕਰ ਸਕਦੇ ਆ। ਭੈਣ ਜੀ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਦੇਖਦੇ ਰਹੋ। ਜਦੋਂ ਵੀ ਕੋਈ ਕਾਲ ਕਰਦਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਪਲੀਜ਼ ਕਾਲ ਕਰਿਆ ਕਰੋ। ਮੈਂ ਥੋੜ੍ਹਾ ਜਿਹਾ ਐਲੈਬੋਰੇਟ ਕਰਾਂਗਾ ਕਿਉਂਕਿ ਕਈ ਦਫਾ ਸਵਾਲ ਇੰਨਾ ਅੱਛਾ ਹੁੰਦਾ ਜੋ ਮੈਂ ਨਹੀਂ ਪੁੱਛ ਪਾਇਆ, ਤੁਸੀਂ ਉਹ ਪੁੱਛਿਆ ਅਤੇ ਮੈਨੂੰ ਬਹੁਤ ਅੱਛਾ ਲੱਗਿਆ, ਅਤੇ ਸਮਥਿੰਗ ਵੀ ਗੋਟ ਸਮਥਿੰਗ ਟੂ ਟਾਕ ਅਬਾਊਟ। ਹੁਣ ਜਿਹੜਾ ਭੈਣ ਜੀ ਨੇ ਗੱਲ ਕੀਤੀ ਹੈ ਪਹਿਲਾਂ, ਤਾਂ ਆਨਲਾਈਨ ਜੇ ਕਿਸੇ ਦੀਆਂ ਆਨਗੋਇੰਗ ਬਿਮਾਰੀਆਂ ਵਗੈਰਾ ਹੈਗੀਆਂ, ਹਾਰਟ ਕੰਡੀਸ਼ਨ ਹੈਗੀ, ਕੁਛ ਹੋਰ ਹੈਗੀ ਹੈ, ਅਗਰ ਮੈਂ ਸਿੰਪਲ ਗੱਲ ਇਹਨਾਂ ਵਹੀ ਕਿ ਡਾਇਬੀਟੀਜ਼ ਬਹੁਤ ਲੋਕ ਸਫਰ ਕਰਦੇ ਨੇ, ਉਹ ਜ਼ਖਮ ਨੂੰ ਛੇਤੀ ਇਲਾਜ ਨਹੀਂ ਉਹਦਾ ਟ੍ਰੀਟਮੈਂਟ ਨਹੀਂ ਹੁੰਦੀ,
ਉਹਦੇ ਵਿੱਚ ਤੁਸੀਂ ਕੀ ਰਿਕਮੈਂਡ ਕਰਦੇ ਹੋ ਕਿ ਡਾਇਬੀਟੀਜ਼ ਦੇ ਪੇਸ਼ੈਂਟ ਨੂੰ ਆਪਰੇਸ਼ਨ ਹੋ ਸਕਦਾ ਕਿ ਨਹੀਂ ਹੋ ਸਕਦਾ? ਬਿਲਕੁਲ ਹੋ ਸਕਦਾ ਹੈ। ਹੋ ਸਕਦਾ ਹੈ। ਹਾਂਜੀ ਵੈਰੀ ਗੁੱਡ ਨਿਊਜ਼। ਬਹੁਤ ਆਪਣੇ ਏਸ਼ੀਅਨ ਕਮਿਊਨਿਟੀਜ਼ ਡਾਇਬੀਟੀਜ਼ ਬਹੁਤ ਕਾਮਨ ਹੈਗੀ ਹੈ। ਬਿਲਕੁਲ। ਔਰ ਬਹੁਤ ਇਹ ਪੇਸ਼ੈਂਟਸ ਜਿਹੜੇ ਹੁੰਦੇ ਨੇ ਨੀ ਰਿਪਲੇਸਮੈਂਟ ਕਰਵਾਉਣ ਵਾਸਤੇ ਆਉਂਦੇ ਆ। ਸਿਰਫ ਇਹ ਖਿਆਲ ਰੱਖਣਾ ਪੈਂਦਾ ਵੀ ਉਹਨਾਂ ਦੀ ਡਾਇਬੀਟੀਜ਼ ਜਿਹੜੀ ਆ ਚੰਗੀ ਤਰ੍ਹਾਂ ਕੰਟਰੋਲ ਹੁੰਦੀ ਆ। ਅਸੀਂ ਜੇ ਉਹਨਾਂ ਦੀ ਕੰਟਰੋਲ ਪੂਰੀ ਤਰ੍ਹਾਂ ਨਹੀਂ ਹੈਗਾ, ਅਸੀਂ ਉਹਨਾਂ ਨੂੰ ਵਾਪਸ ਜਨਰਲ ਪ੍ਰੈਕਟੀਸ਼ਨਰ ਕੋਲ ਭੇਜ ਦਿੰਦੇ ਹਾਂ ਵੀ ਉਹ ਕੰਟਰੋਲ ਕਰਕੇ ਇੰਪਰੂਵ ਕਰਕੇ ਆਪਣਾ ਅਤੇ ਵਾਪਸ ਆਉਣ। ਫਿਰ ਉਹਨਾਂ ਦਾ ਦੁਬਾਰਾ ਅਸੈਸਮੈਂਟ ਹੁੰਦਾ। ਔਰ ਡਾਇਬੀਟੀਜ਼ ਦੀ ਵਜ੍ਹਾ ਨਾਲ ਆਪਰੇਸ਼ਨ ਕੈਂਸਲ ਨਹੀਂ ਬਹੁਤ ਹੁੰਦੇ। ਅੱਛੇ। ਉਹਨਾਂ ਨੂੰ ਥੋੜ੍ਹਾ ਰਿਸਕ ਹੁੰਦਾ ਇਨਫੈਕਸ਼ਨ ਵਗੈਰਾ ਦਾ ਜ਼ਿਆਦਾ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਐਂਟੀਬਾਇਓਟਿਕਸ ਥੋੜ੍ਹੇ ਦਿਨ ਜ਼ਿਆਦਾ ਦਿੰਦੇ ਰਹੀਏ, ਪਰ ਉਹਨਾਂ ਦਾ ਆਊਟਕਮ ਜਿਹੜਾ ਹੁੰਦਾ ਬਿਲਕੁਲ ਸੇਮ ਹੁੰਦਾ ਜਿਵੇਂ ਬਾਕੀ ਪੇਸ਼ੈਂਟਸ ਦੇ। ਬਿਲਕੁਲ। ਆਪਾਂ ਇੱਕ ਹੋਰ ਕਾਲ ਆਉਣ ਤੋਂ ਪਹਿਲਾਂ ਪਹਿਲੀ ਜਿਹੜਾ ਤੁਸੀਂ ਕਾਲ ਕੀਤਾ ਸੀ ਨਾ, ਮੈਂ ਹਮੇਸ਼ਾ ਸੁਜੈਸਟ ਕਰਾਂਗਾ ਟੇਕ ਅ ਸੈਕਿੰਡ ਓਪੀਨੀਅਨ, ਕਿਉਂਕਿ ਕਈ ਦਫਾ ਡਾਕਟਰ ਕਿੰਨਾ ਕੁਝ ਹੁੰਦੇ ਜਗ੍ਹਾ ਹੈ ਇਹ ਜਿੱਦਾਂ ਤੁਸੀਂ ਦੱਸਿਆ ਦੇਰ ਆਰ ਲੋਟ ਆਫ ਅਦਰ ਵੇਜ਼ ਕਿ ਕੁਝ ਹੋ ਸਕਦਾ ਹੈ। ਟੇਕ ਅ ਸੈਕਿੰਡ ਓਪੀਨੀਅਨ ਐਸ ਵੈਲ। ਹੈਲੋ ਜੀ, ਸਤਿ ਸ਼੍ਰੀ ਅਕਾਲ। ਆਵਾਜ਼ ਨਹੀਂ ਆ ਰਹੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਜੀ ਆਪਣਾ ਨਾਮ ਦੱਸਣਾ ਚਾਹੋਗੇ? ਮੇਰਾ ਨਾਮ ਤਾਂ ਨਹੀਂ ਜ਼ਰੂਰੀ, ਮੈਂ ਆਪਣੀ ਮਦਰ ਬਾਰੇ ਵੀ ਗੱਲ ਪੁੱਛਣੀ ਸੀ। ਬਿਲਕੁਲ ਨਹੀਂ ਜ਼ਰੂਰੀ, ਤੁਸੀਂ ਸਵਾਲ ਪੁੱਛੋ, ਡਾਕਟਰ ਸਾਹਿਬ ਸੁਣ ਰਹੇ ਨੇ। ਮੇਰੇ ਨਾ ਮਦਰ ਦਾ ਨੀ ਰਿਪਲੇਸਮੈਂਟ 2012 ਹਾਂਜੀ ਹਾਂਜੀ ਬੋਲੋ। ਕਰੋਨਾ ਕਰਕੇ ਇੰਡੀਆ ਚ ਰਹਿ ਗਏ। ਉਹਨਾਂ ਨੇ ਹੁਣ ਲੱਗ ਗਿਆ ਨੀ ਰਿਪਲੇਸਮੈਂਟ ਕੀਤਾ ਸੀਗਾ। ਉਹ ਲੱਤ ਨਾਲ ਦਰਦ ਬਹੁਤ ਕਰਦੀ ਆ, ਤਾਂ ਉਹ ਸਿਰਫ ਉਹਨਾਂ ਤੇ ਭਾਰ ਵੀ ਨਹੀਂ ਆਉਂਦਾ, ਉਹ ਸਿੱਧੀ ਵੀ ਨਹੀਂ ਕਰਦੇ ਹੈਗੇ। ਤਾਂ ਕਰੀਮ ਤਾਂ ਦਿੰਦੇ ਡਾਕਟਰ ਵਗੈਰਾ, ਉਹ ਕਰੀਮ ਵੀ ਨਹੀਂ ਲਾ ਸਕਦੇ। ਇੰਨਾ ਹੈ ਨਾ ਉਹਨਾਂ ਦਰਦ ਨੀ ਪੇਨ ਕਰਦੀ ਆ, ਉਹ ਭਾਰ ਵੀ ਨਹੀਂ ਆਉਂਦਾ, ਖੜੇ ਨਹੀਂ ਹੋ ਸਕਦੇ, ਸਿੱਧੀ ਨਹੀਂ ਹੁੰਦੀ। ਮੈਂ ਕੀ ਕਰ ਸਕਦੀ ਉਹਨਾਂ ਵਾਸਤੇ, ਕੀ ਕਰ ਸਕਦੇ ਅਸੀਂ ਕਿ ਉਹਨਾਂ ਨੂੰ ਜਾਂ ਨੀ ਦੇ ਉੱਤੇ ਭਾਰ ਆ ਜਾਵੇ ਜਾਂ ਉਹਨੂੰ ਹੱਥ ਲਾ ਸਕਣ, ਕਿਉਂਕਿ ਉਹ ਪਲਾਸਟਿਕ ਦਾ ਨੀ ਰਿਪਲੇਸਮੈਂਟ ਕੀਤੀ ਹੋਈ ਹੈ। ਭਾਜੀ ਥੈਂਕ ਯੂ। ਹੁਣ ਡਾਕਟਰ ਸਾਹਿਬ ਤੁਹਾਨੂੰ ਦੱਸਣਗੇ, ਪਲੀਜ਼ ਉਹਨਾਂ ਦੀ ਗੱਲ ਸੁਣ ਲੈਣਾ ਹੈ। ਹਾਂਜੀ, ਤੁਹਾਡੀ ਜਿਹੜੀ ਆਵਾਜ਼ ਥੋੜ੍ਹੀ ਜਿਹੀ ਵਿਚਾਲੇ ਰੁਕ ਗਈ ਸੀਗੀ, ਪਰ ਜਿੱਥੇ ਤੱਕ ਮੈਨੂੰ ਸਮਝ ਆਇਆ ਵੀ ਤੁਹਾਡੇ ਮਦਰ ਦਾ ਆਪਰੇਸ਼ਨ 2012 'ਚ ਹੋਇਆ ਸੀਗਾ, ਅਤੇ ਹੁਣ ਉਸ ਨੀ 'ਚ ਹੀ ਪੇਨ ਹੈਗੀ ਉਹਨਾਂ ਨੂੰ। ਹਾਂਜੀ ਹਾਂਜੀ, ਅਤੇ ਸਾਰਿਆਂ ਤੋਂ ਇੰਪੋਰਟੈਂਟ ਹੈਗਾ ਵੀ ਉਹ ਉਹਨਾਂ ਨੂੰ ਸਪੈਸ਼ਲਿਸਟ ਨੂੰ ਦੇਖਣਾ ਚਾਹੀਦਾ। ਉਹਨਾਂ ਨੂੰ ਕਾਰਨ ਲੱਭਣਾ ਪੈਣਾ ਵੀ ਕਿਉਂ ਪੇਨ ਹੁੰਦੀ ਆ। ਉਹਦੇ ਵਾਸਤੇ ਉਹਨਾਂ ਨੂੰ ਇਨਵੈਸਟੀਗੇਸ਼ਨ ਕਰਵਾਉਣੀ ਪੈਣੀ ਆ। ਇਨਵੈਸਟੀਗੇਸ਼ਨ ਦਾ ਮੇਨ ਏਮ ਹੁੰਦਾ ਵੀ ਉਹ ਜਿਹੜੇ ਕੰਪੋਨੈਂਟਸ ਹੈਗੇ ਲੂਜ਼ ਤਾਂ ਨਹੀਂ ਹੈਗੇ, ਜੇ ਲੂਜ਼ ਹੈਗੇ ਨੇ ਉਹ ਕਾਹਦੀ ਵਜ੍ਹਾ ਨਾਲ ਲੂਜ਼ ਹੈਗੇ ਨੇ, ਇਨਫੈਕਸ਼ਨ ਤਾਂ ਨਹੀਂ ਹੈਗਾ ਜਾਂ ਬਿਨਾਂ ਇਨਫੈਕਸ਼ਨ ਤੋਂ ਲੂਜ਼ ਹੈਗਾ। ਇਹ ਸਾਰੇ ਜਦੋਂ ਇਨਵੈਸਟੀਗੇਸ਼ਨਸ ਹੋ ਗਈਆਂ ਫਿਰ ਉਸ ਤੋਂ ਬਾਅਦ ਟਰੀਟਮੈਂਟ ਡਿਸਾਈਡ ਕਰਨਗੇ। ਜੇ ਉਹਨਾਂ ਦੇ ਕੰਪੋਨੈਂਟ ਲੂਜ਼ ਹੋ ਗਿਆ ਜਾਂ ਉਹਨਾਂ ਨੂੰ ਇਨਫੈਕਸ਼ਨ ਹੈਗਾ, ਫਿਰ ਉਹਨਾਂ ਨੂੰ ਆਪਰੇਸ਼ਨ ਦੀ ਦੁਬਾਰਾ ਲੋੜ ਪੈ ਸਕਦੀ ਹੈ। ਇਸ ਕਰਕੇ ਜ਼ਰੂਰੀ ਹੈ ਸਪੈਸ਼ਲਿਸਟ ਨੂੰ ਦੇਖਣਾ ਬਹੁਤ ਜ਼ਰੂਰੀ ਹੈ। ਥੈਂਕ ਯੂ ਜੀ ਭੈਣ ਜੀ। ਹਾਂਜੀ ਥੈਂਕ ਯੂ ਤੁਹਾਡੇ ਕੋਲ, ਥੈਂਕ ਯੂ ਤੁਹਾਡੇ ਕਾਲ ਕਰਨਾ ਭੈਣ ਜੀ। ਪ੍ਰੋਗਰਾਮ ਦੇਖਦੇ ਰਹੋ, ਅਸੀਂ ਥੋੜ੍ਹੀ ਬਹੁਤੀ ਗੱਲ ਕਰਾਂਗੇ। ਅੱਛਾ ਡਾਕਟਰ ਸਾਹਿਬ, ਜਦੋਂ ਇੱਦਾਂ ਹੁਣ ਇਹਨਾਂ ਨੂੰ ਮੈਂ ਹਮੇਸ਼ਾ ਕਹਿੰਦਾ ਜਦੋਂ ਤੁਸੀਂ ਕਾਲ ਕਰਦੇ ਮੈਂ ਥੋੜ੍ਹਾ ਜਿਹਾ ਐਲੈਬੋਰੇਟ ਕਰਕੇ ਉਹਦੇ ਬਾਰੇ ਗੱਲ ਕਰਦੇ ਤਾਂ ਕਿ ਤੁਹਾਨੂੰ ਪ੍ਰੋਪਰ ਜਵਾਬ ਮਿਲ ਜਾਵੇ। ਇਹ ਜਿੱਦਾਂ ਹੁਣ ਇਹਨਾਂ ਨੂੰ ਦਰਦ ਸ਼ੁਰੂ ਹੋ ਗਿਆ, ਉਹਦਾ ਰੀਜ਼ਨ ਹੋ ਸਕਦਾ ਕਿ ਉਹ ਲੂਜ਼ ਹੋ ਗਿਆ ਅੰਦਰੋਂ ਕੰਪੋਨੈਂਟ। ਹਾਂਜੀ, ਜੇ ਉਹਨਾਂ ਦਾ ਆਪਰੇਸ਼ਨ 2012 'ਚ ਹੋਇਆ ਸੀਗਾ, ਇਹਦਾ ਮਤਲਬ ਕੁਝ ਸਾਲ ਉਹਨਾਂ ਦਾ ਠੀਕ ਰਿਹਾ ਸੀਗਾ। ਜੇ ਉਹਨਾਂ ਨੂੰ ਰੀਸੈਂਟਲੀ ਪੇਨ ਸ਼ੁਰੂ ਹੋਈ ਆ, ਉਹਦੀ ਵਜ੍ਹਾ ਹੋਣੀ ਆ, ਵਜ੍ਹਾ ਹੋ ਸਕਦੀ। ਹਾਂਜੀ, ਬਿਲਕੁਲ। ਹਾਂਜੀ, ਸਪੈਸ਼ਲਿਸਟ ਨੂੰ ਦੇਖਣਾ ਚਾਹੀਦਾ। ਅਤੇ ਜਿਹੜੇ ਮੈਂ ਕਾਰਨ ਦੋ ਮੈਂਸ਼ਨ ਕੀਤੇ, ਇਨਫੈਕਸ਼ਨ ਤਾਂ ਨਹੀਂ ਹੈਗਾ ਜਾਂ ਕੰਪੋਨੈਂਟਸ ਲੂਜ਼ ਤਾਂ ਨਹੀਂ ਹੈਗੇ ਜਾਂ ਹੋਰ ਕੋਈ ਕਾਰਨ ਤਾਂ ਨਹੀਂ ਕਿ ਪੇਨ ਹੋਰ ਕਿਤੋਂ ਤਾਂ ਨਹੀਂ ਆ ਰਹੀ, ਉਹ ਜਦੋਂ ਤਾਈਂ ਉਹਨਾਂ ਨੂੰ ਐਗਜ਼ਾਮਿਨ ਨਹੀਂ ਕੀਤਾ ਜਾਂਦਾ ਜਾਂ ਇਨਵੈਸਟੀਗੇਸ਼ਨ ਨਹੀਂ ਕੀਤਾ, ਪਤਾ ਨਹੀਂ ਲੱਗਣਾ। ਔਰ ਜੇ ਉਹਨਾਂ ਨੂੰ ਇਨਫੈਕਸ਼ਨ ਹੈਗਾ ਜਾਂ ਕੰਪੋਨੈਂਟਸ ਲੂਜ਼ ਹੈਗਾ, ਫਿਰ ਉਹ ਰਿਵਾਈਜ਼ ਕਰਨਾ ਪੈਣਾ। ਬਹੁਤ ਅੱਛੇ। ਦੇਖੋ ਇੱਦਾਂ ਦੇ ਸ਼ੋਅ ਲੈ ਕੇ ਆਉਂਦੇ ਤੁਹਾਡੇ ਲਈ, ਤੁਸੀਂ ਆਪਣੇ ਕੰਫਰਟ 'ਚ ਬੈਠੇ ਹੋ ਘਰ ਦੇ ਵਿੱਚ। ਹੁਣ ਤਾਂ ਚਲੋ ਅੱਜ ਦਿਨ ਬੜਾ ਅੱਛਾ ਸੀ, ਕਿੱਦਾਂ ਫਟੰਡੀਆਂ ਨਿੱਘੇ ਬੈਠੇ ਹੋ ਤੁਸੀਂ, ਹਰ ਤਰ੍ਹਾਂ ਦਾ ਰਿੰਗ ਕਰਕੇ ਪਲੀਜ਼, ਮੈਂ ਜਿੱਦਾਂ ਕਿਹਾ ਨਾਮ ਨਹੀਂ ਦੱਸਣਾ, ਅਤੇ ਮੈਂ ਸਿਰਫ ਮੇਰਾ ਫਰਜ਼ ਬਣਦਾ ਪੁੱਛਣਾ। ਯੂ ਡੋਂਟ ਹੈਵ ਟੂ ਆਪਣਾ ਨਾਮ ਦੇਣ ਦੀ ਲੋੜ ਨਹੀਂ ਹੈ। ਅਸੀਂ ਹੋਰ ਕਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਸਵਾਗਤ ਕਰਦੇ ਹਾਂ। ਆਪਣਾ ਨਾਮ ਦੱਸਣਾ ਚਾਹੋਗੇ, ਕਿੱਥੋਂ ਬੋਲਦੇ ਹੋ? ਮੇਰਾ ਨਾਮ ਵਰਿੰਦਰ ਸਿੰਘ ਆਲੂਵਾਲੀ ਹੈ। ਭਾਜੀ ਥੈਂਕ ਯੂ ਤੁਹਾਡਾ ਕਾਲ ਕਰਨ ਦਾ। ਹੁਣ ਤੁਸੀਂ ਡਾਕਟਰ ਨਾਲ ਸਿੱਧੀ ਗੱਲ ਕਰੋ। ਅੱਛਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਹਾਂਜੀ ਬੋਲੋ ਭਾਜੀ ਬੋਲੋ। ਮੈਂ ਡਾਕਟਰ ਕਰਨਾਲ ਸਿੰਘ ਨਾਲ ਕੇਵਲ ਸਿੰਘ ਨਾਲ ਗੱਲ ਕਰਨਾ ਚਾਹੁੰਦਾ। ਹਾਂਜੀ ਮੈਂ ਸੁਣ ਰਿਹਾ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਗੱਲ ਸੁਣ ਰਹੇ ਨੇ, ਤੁਸੀਂ ਸਿੱਧਾ ਗੱਲ ਕਰੋ, ਡਾਕਟਰ ਸਾਹਿਬ ਜਵਾਬ ਦੇਣਗੇ। ਜੀ ਮੈਂ ਆਪਰੇਸ਼ਨ ਕਰਵਾਇਆ ਸੀ ਗੋਡੇ ਦਾ ਲਿੰਗਨਾ ਹਸਪੀਟਲ ਤੋਂ। ਹਾਂਜੀ, ਤੇ
ਉਹ ਮੇਰੀ ਲੱਤ ਹਲੇ ਵੀ ਸਟ੍ਰੇਟ ਨਹੀਂ ਹੈਗੀ। ਅੱਛਾ ਅੱਛਾ ਯੂ ਹੈਵ ਡਨ ਆਪਰੇਸ਼ਨ ਫॉर ਮਾਈ ਮਦਰ। ਉਹਨਾਂ ਲੱਤਾਂ ਦਾ ਕੀਤਾ ਸੀ, ਹੁਣ ਤਾਂ ਉਹਨਾਂ ਦੀ ਡੈਥ ਹੋ ਗਈ। ਦੈਟ ਵਾਸ ਵੈਰੀ ਸਕਸੈਸਫੁਲ ਆਪਰੇਸ਼ਨ ਯੂ ਡਨ ਇਟ। ਹਾਂਜੀ ਹਾਂਜੀ। ਜੀ ਹਾਲ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਕੁਝ ਪ੍ਰੋਬਲਮ ਹੈਗੀ ਹੈ। ਪਰ ਜੇ ਤੁਹਾਡਾ ਕਦੋਂ ਕੁ ਆਪਰੇਸ਼ਨ ਹੋਇਆ ਸੀ ਨੀ ਦਾ? ਚਲੋ ਮੈਨੂੰ ਲੱਗਦਾ ਕਾਲ ਡ੍ਰੌਪ ਹੋ ਗਿਆ। ਹਾਂਜੀ ਚਲੋ ਮੈਂ ਤੁਹਾਨੂੰ ਦੱਸ ਦਿੰਦਾ, ਜੇ ਤੁਹਾਡਾ ਨੀ ਸਿੱਧਾ ਨਹੀਂ ਹੋਇਆ ਨਾ, ਤੇ ਮੇਰੇ ਖਿਆਲ ਤੁਸੀਂ ਜਿਹੜੇ ਸਰਜਨ ਨੇ ਆਪਰੇਸ਼ਨ ਕੀਤਾ ਸੀਗਾ ਉਹਦੀ ਅਪਾਇੰਟਮੈਂਟ ਬਣਾ ਕੇ ਦਿਖਾ ਲਿਓ। ਕਈ ਦਫਾ ਕੰਪੋਨੈਂਟਸ ਥੋੜ੍ਹੇ ਜਿਹੇ ਟਾਈਟ ਹੁੰਦੇ ਨੇ, ਇਸ ਕਰਕੇ ਨੀ ਸਿੱਧਾ ਨਹੀਂ ਹੁੰਦਾ। ਪਰ ਉਹ ਇਹ ਜਿਹੜੀ ਤਕਲੀਫ ਹੁੰਦੀ ਆ ਉਹ ਇਮੀਡੀਏਟਲੀ ਆਪਰੇਸ਼ਨ ਤੋਂ ਬਾਅਦ ਪਤਾ ਲੱਗ ਜਾਂਦੀ ਹੈ। ਪਤਾ ਲੱਗ ਜਾਂਦਾ ਹੈ। ਹਾਂਜੀ, ਅਤੇ ਅਸੀਂ ਜਦੋਂ ਵੀ ਆਪਰੇਸ਼ਨ ਨੀ ਦਾ ਕਰਦੇ ਹਾਂ, ਅਸੀਂ ਸਾਡਾ ਏਮ ਇਹੀ ਹੁੰਦਾ ਵੀ ਜਦੋਂ ਆਪਰੇਸ਼ਨ ਖਤਮ ਹੋਵੇ ਬਿਲਕੁਲ ਨੀ ਸਿੱਧਾ ਹੋਵੇ ਔਰ ਬੈਂਡ ਹੋਵੇ। ਅਤੇ ਜੇ ਟੈਕਨੀਕਲ ਪ੍ਰੋਬਲਮ ਹੋਵੇ ਫਿਰ ਨੀ ਥੋੜ੍ਹਾ ਸਿੱਧਾ ਨਹੀਂ ਹੁੰਦਾ। ਪਰ ਕਈ ਦਫਾ ਜੇ ਫਿਜ਼ੀਓਥੈਰੇਪੀ ਜਾਂ ਰੀਹੈਬਲੀਟੇਸ਼ਨ ਜ਼ਿਆਦਾ ਨਾ ਹੋਵੇ ਫਿਰ ਉਹਦੀ ਕਰਕੇ ਵੀ ਮੂਵਮੈਂਟਸ ਠੀਕ ਨਹੀਂ ਹੁੰਦੇ। ਅਤੇ ਮੈਂ ਮਿਸਟਰ ਆਲੂਵਾਲੇ ਨੂੰ ਇਹੀ ਸਲਾਹ ਦਊਂਗਾ ਵੀ ਜਿਨ੍ਹਾਂ ਨੇ ਆਪਰੇਸ਼ਨ ਕੀਤਾ ਸੀ ਉਹਨਾਂ ਨਾਲ ਦੁਬਾਰਾ ਅਪਾਇੰਟਮੈਂਟ ਬਣਾ ਕੇ ਉਹ ਦੁਬਾਰਾ ਦੇਖ ਲੈਣ, ਜਾਂ ਫਿਰ ਆਪਣੇ GP ਨਾਲ ਗੱਲ ਕਰਕੇ ਕਿਸੇ ਨਵੇਂ ਕੰਸਲਟੈਂਟ ਨਾਲ ਗੱਲ ਨਵੇਂ ਕੰਸਲਟੈਂਟ ਨਾਲ। ਬਹੁਤ ਅੱਛੀ ਗੱਲ ਹੈ ਭਾਜੀ, ਥੈਂਕ ਯੂ। ਅਬ ਤੁਹਾਨੂੰ ਜਵਾਬ ਮਿਲ ਗਿਆ ਹੋਵੇਗਾ। ਸੌਰੀ ਥੋੜ੍ਹਾ ਲਾਈਨ ਡ੍ਰੌਪ ਹੋ ਗਈ ਸੀ। ਡਾਕਟਰ ਸਾਹਿਬ ਸਵਾਲ ਬੜੇ ਕੋਸ਼ਿਸ਼ ਕਰ ਪਲੀਜ਼, ਹਾਲ ਵੀ ਥੋੜ੍ਹਾ ਬਹੁਤਾ ਟਾਈਮ ਹੈਗਾ। ਤੁਸੀਂ ਕਿਸੇ ਨੇ ਵੀ ਕਾਲ ਕਰਨਾ, ਕਿਸੇ ਤਰ੍ਹਾਂ ਦਾ ਸਵਾਲ, ਬੜਾ ਐਡਵਾਂਟੇਜ ਹੈ। ਡਾਕਟਰ ਦਾ ਫਾਇਦਾ ਉਠਾਓ, ਸਾਡੇ ਹੱਥ ਆਏ ਨੇ, ਇਹ ਮੁਫਤ ਦੇ ਵਿੱਚ ਸਾਡਾ ਕੰਮ ਕਰ ਰਹੇ ਨੇ ਅਤੇ ਅਸੀਂ ਉਹਦਾ ਪੱਕਾ ਫਾਇਦਾ ਉਠਾਉਂਦੇ ਹਾਂ। ਡਾਕਟਰ ਸਾਹਿਬ ਇਹਦੀ 10 ਮਿੰਟ ਰਹਿੰਦੇ ਨੇ, ਚਲੋ ਟਾਈਮ ਹੈਗਾ, ਤੁਸੀਂ ਹਾਲ ਵੀ ਕਾਲ ਕਰ ਸਕਦੇ ਹੋ। ਡਾਕਟਰ ਸਾਹਿਬ ਇਹਦੀ ਜਦੋਂ ਆਪਰੇਸ਼ਨ ਤੋਂ ਬਾਅਦ ਲਿਮਿਟੇਸ਼ਨ ਕੀ ਹੈਗੀ ਹੈ? ਲਿਮਿਟੇਸ਼ਨ ਮੇਰੇ ਕਹਿਣ ਦਾ ਮਤਲਬ, ਅਗਰ ਕੋਈ ਮੈਂ ਥੋੜ੍ਹਾ ਜਿਹਾ ਡਿਸਕ੍ਰਾਈਬ ਕਰ ਦੇਣਾ ਲਿਮਿਟੇਸ਼ਨ ਦਾ, ਕਿਉਂਕਿ ਇਹ ਬੜਾ ਵੱਡਾ ਸਬਜੈਕਟ ਹੈਗਾ ਲਿਮਿਟੇਸ਼ਨ। ਕੋਈ ਬੰਦਾ ਭਾਰ ਚੱਕਦਾ ਸੀਗਾ, ਉਹ ਵਾਪਸ ਉਹੀ ਭਾਰ ਚੱਕ ਸਕਦਾ। ਕੋਈ ਬੰਦਾ ਐਥਲੀਟ ਸੀਗਾ, ਕੋਈ ਬੰਦਾ ਹਾਕੀ ਖੇਡਦਾ ਸੀਗਾ, ਕੋਈ ਵੀ ਉਹਦਾ ਜਿਹੜਾ ਵਰਕ ਸੀਗਾ ਲੋਡ, ਕੈਨ ਹੀ ਗੋ ਬੈਕ ਟੂ ਨੋਰਮਲ ਲਾਈਫ ਅਗੇਨ? ਹਾਂਜੀ, ਇਹ ਬਹੁਤ ਚੰਗਾ ਸਵਾਲ ਆ। ਅਤੇ ਜਦੋਂ ਵੀ ਅਸੀਂ ਪੇਸ਼ੈਂਟ ਨੂੰ ਭਾਜੀ ਮੈਂ ਕੋਸ਼ਿਸ਼ ਕਰਦਾ ਚੰਗੇ ਸਵਾਲ ਪੁੱਛਣ ਦੀ। ਨਹੀਂ, ਪਰ ਇਹ ਬਹੁਤ ਇੰਪੋਰਟੈਂਟ ਹੈਗਾ ਲੋਕਾਂ ਨੂੰ ਜਦੋਂ ਨੀ ਰਿਪਲੇਸਮੈਂਟ ਵਾਸਤੇ ਤਿਆਰ ਹੁੰਦੇ ਨੇ, ਇਹ ਕਲੈਰੀਫਾਈ ਕਰਨਾ। ਅਤੇ ਜਦੋਂ ਵੀ ਅਸੀਂ ਪੇਸ਼ੈਂਟ ਨੂੰ ਵੇਟਿੰਗ ਲਿਸਟ 'ਤੇ ਪਾਉਂਦੇ ਹਾਂ, ਅਸੀਂ ਇਹ ਸਾਰੀਆਂ ਚੀਜ਼ਾਂ ਦੱਸਦੇ ਹੈਗੇ ਹਾਂ। ਰਿਸਕ ਜਿਹੜੀ ਆਪਾਂ ਗੱਲ ਕੀਤੀ ਸੀਗੀ ਉਹ ਸਾਰੇ ਰਿਸਕ ਦੱਸਦੇ ਹਾਂ। ਫਿਰ ਜਿਹੜੀ ਲਿਮਿਟੇਸ਼ਨਸ ਹੁੰਦੀਆਂ ਆਪਰੇਸ਼ਨ ਤੋਂ ਬਾਅਦ, ਉਹ ਵੀ ਪੇਸ਼ੈਂਟ ਵਾਸਤੇ ਜਾਣਨਾ ਬਹੁਤ ਜ਼ਰੂਰੀ ਹੈ। ਆਪਣੇ ਏਸ਼ੀਅਨ ਕਮਿਊਨਿਟੀ 'ਚ ਜਿਵੇਂ ਹੁਣ ਲੋਕ ਬਹੁਤ ਰਿਲੀਜੀਅਸ ਹੁੰਦੇ ਨੇ, ਪ੍ਰੇ ਕਰਦੇ ਨੇ, ਅਤੇ ਇਸ ਕਰਕੇ ਉਹਨਾਂ ਵਾਸਤੇ ਜ਼ਰੂਰੀ ਜਾਣਨਾ ਹੈਗਾ ਵੀ ਉਹਨਾਂ ਦੇ ਜਿਹੜੇ ਨੀ ਬੈਂਡ ਜਿਹੜਾ ਹੁੰਦਾ ਉਹ ਪਹਿਲਾਂ ਵਰਗਾ ਨਹੀਂ ਹੋ ਸਕਦਾ। ਨਹੀਂ ਹੋ ਸਕਦਾ। ਜਿਵੇਂ ਹੁਣ ਨੋਰਮਲ ਜਿਹੜਾ ਬੈਂਡ ਹੁੰਦਾ 130-40 ਤੱਕ, ਇਸ ਤਰ੍ਹਾਂ ਮਤਲਬ ਜਿਹੜਾ ਆਪਣਾ ਕਾਫ ਹੈਗਾ ਥਾਈ ਤੱਕ ਜਾ ਸਕਦਾ। ਅਤੇ ਨੀ ਰਿਪਲੇਸਮੈਂਟ ਤੋਂ ਬਾਅਦ ਅਸੀਂ ਔਨ ਐਵਰੇਜ ਐਕਸਪੈਕਟ ਕਰਦੇ ਹਾਂ 120 ਡਿਗਰੀ ਦੇ ਕਰੀਬ ਬੈਂਡ ਹੁੰਦਾ। ਕਈ ਪੇਸ਼ੈਂਟਸ ਜ਼ਿਆਦਾ ਹੁੰਦਾ, ਕਈ 'ਚ ਘੱਟ ਹੁੰਦਾ। ਪਰ ਇੰਨੀ ਰਿਸਟ੍ਰਿਕਸ਼ਨ ਨਹੀਂ ਹੁੰਦੀ ਜਾਣੀ ਉਹਦੀ। ਹਾਂਜੀ, ਨਹੀਂ ਉਹਦੇ ਨਾਲ ਰਿਸਟ੍ਰਿਕਸ਼ਨ ਦਾ ਇਹ ਹੁੰਦਾ ਵੀ ਹੋ ਸਕਦਾ ਉਹ ਚੌਕੜੀ ਮਾਰ ਕੇ ਨਾ ਬੈਠ ਸਕਣ, ਅਤੇ ਜਦੋਂ ਮੱਥਾ ਟੇਕਦੇ ਆ ਉਦੋਂ ਚੰਗੀ ਤਰ੍ਹਾਂ ਮੱਥਾ ਨਾ ਟੇਕਣ। ਅਤੇ ਇਸ ਕਰਕੇ ਉਹ ਜਿਹੜੇ ਏਸ਼ੀਅਨ ਜਦੋਂ ਚੱਲਣ ਫਿਰਨ ਦੇ ਵਿੱਚ ਫਰਕ, ਚੱਲਣ ਫਿਰਨ 'ਚ ਕੋਈ ਅਸੀਂ ਗੱਲ ਤਕਲੀਫ ਜਾਰੀ ਰੱਖਦੇ ਆਪਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ ਦੱਸਣਾ ਚਾਹੋਗੇ ਔਰ ਕਿੱਥੋਂ ਬੋਲਦੇ? ਹਾਂਜੀ ਹਾਂਜੀ ਦੱਸੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੋਂ ਹੀ ਬੋਲਦੀ ਹਾਂ, ਮੇਰਾ ਨਾਮ ਕੁਲਦੀਪ ਕੌਰ ਆ। ਹਾਂਜੀ ਹਾਂਜੀ, ਤੇ ਮੇਰਾ ਨਾ ਆਪਰੇਸ਼ਨ ਹੋਇਆ ਸੀ ਕਿਉਂਕਿ ਮੇਰੇ ਕੈਂਸਰ ਹੋ ਗਿਆ ਸੀਗਾ ਥੋੜਾ ਜਿਹਾ। ਹਾਂ। ਇਹ ਜਿਹੜੇ ਭਾਈ ਸਾਹਿਬ ਟੈਲੀਵਿਜ਼ਨ ਤੇ ਆਉਂਦੇ ਆ ਨਾ, ਉਹ ਮੈਨੂੰ ਜਾਣਦੇ ਆ, ਤੇ ਪਰ ਡਾਕਟਰ ਸਾਹਿਬ ਮੇਰੇ ਡਾਕਟਰ ਨੂੰ ਜਾਣਦੇ ਆ। ਅੱਛਾ ਅੱਛਾ। ਹਾਂਜੀ, ਮੇਰਾ ਡਾਕਟਰ ਤਾਂ ਹੁਣ ਰਿਟਾਇਰ ਹੋ ਗਿਆ, ਭਾਟੀਆ ਸਾਹਿਬ। ਹਾਂਜੀ, ਉਹ ਇਹਨਾਂ ਦਾ ਨਾਂ ਲੈਂਦਾ ਹੁੰਦਾ ਸੀ ਕਿ ਜਦੋਂ ਤੇਰਾ ਗੋਡਾ ਜ਼ਿਆਦਾ ਦੁਖਦਾ ਤਾਂ ਮੈਂ ਉਹਨਾਂ ਤੋਂ ਆਪਰੇਸ਼ਨ ਕਰਾ ਦਿਆਂਗਾ। ਅੱਛਾ ਅੱਛਾ। ਹਾਂਜੀ, ਤੇ ਦੂਸਰੀ ਗੱਲ ਇਹ ਹੈਗੀ ਆ ਕਿ ਮੇਰਾ ਆਪਰੇਸ਼ਨ ਹੋਇਆ ਸੀਗਾ, ਮੇਰੇ ਬੱਚੇਦਾਨੀ ਤੇ ਮੇਰੇ ਓਵਰੀਜ਼ ਸਾਰੇ ਕੱਟੀ ਸੀ, ਤੇ ਉਹਦੇ ਵਿੱਚੋਂ ਛੋਟਾ ਜਿਹਾ ਕੈਂਸਰ ਨਿਕਲਿਆ ਸੀ। ਤੇ ਫਿਰ ਉਹ ਮੈਨੂੰ ਟ੍ਰੀਟਮੈਂਟਾਂ ਸਾਰੀਆਂ ਦੇਤੀਆਂ, ਪਰ ਹੁਣ ਨਾ ਮੇਰੇ ਜੋੜ ਬਹੁਤ ਦੁਖਣ ਲੱਗ ਗਏ। ਲੱਤਾਂ ਤਾਂ ਜ਼ਿਆਦਾ ਹੀ ਦੁਖਦੀਆਂ, ਗਿੱਟੇ ਔਰ ਗੋਡੇ। ਤੇ ਮੇਰੇ ਨਾ ਲੱਤ ਕਾਫੀ ਵਿੰਗੀ ਹੋ ਗਈ, ਦੁਖਦੀ ਤਾਂ ਪਹਿਲਾਂ ਵੀ ਸੀ ਪਰ ਹੁਣ ਜ਼ਿਆਦਾ ਦੁਖਦੀ ਆ। ਤੇ ਮੇਰਾ ਗ੍ਰੈਂਡਸਨ ਕਹਿੰਦਾ ਸੀ ਕਿ ਤੇ ਲੀਜ਼ ਬ੍ਰੈਸਟ ਤੂੰ ਪਾ ਸਕਦੀ ਆ, ਤੇ ਲੱਤ ਜ਼ਿਆਦਾ ਵਿੰਗੀ ਹੁੰਦੀ ਆ। ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਕਿ ਉਹ ਪਾ ਸਕਦੀ ਆ? ਮੈਂ ਕਹਿੰਦੀ ਉਹ ਜਿਹੜੇ ਨੀ ਸਪੋਰਟ ਹੁੰਦੀ ਹੈ, ਹਾਂਜੀ ਹਾਂਜੀ ਉਹ ਪਾ ਸਕਦੇ ਹੋ। ਪਰ ਜੇ ਤੁਹਾਡਾ ਗੋਡਾ ਜੇ ਉਹਦੀ ਸ਼ੇਪ ਚੇਂਜ ਹੋ ਰਹੀ ਹੈ, ਤੁਹਾਨੂੰ ਪੇਨ ਹੁੰਦੀ ਆ, ਅਤੇ ਤੁਸੀਂ ਆਪਣੇ
ਹਾਂਜੀ ਫਿਰ ਤੁਸੀਂ ਜੀਪੀ ਕੋਲੇ ਆਪਣੇ ਕੰਸਲਟ ਕਰੋ ਔਰ ਹਾਂਜੀ ਤੁਸੀਂ ਜੀਪੀ ਨੂੰ ਉਹ ਪਤਾ ਟੈਲੀਫੋਨ ਕਰਦੀ ਆ ਕਿਉਂਕਿ ਹਜੇ ਮੇਰੇ ਪੇਟ ਦੀਆਂ ਕਈ ਪ੍ਰੋਬਲਮਾਂ ਹੋ ਜਾਂਦੀਆਂ ਜਿਵੇਂ ਹੁਣ ਮੈਨੂੰ ਕਿ 25-26 ਦਿੱਤੇ ਆ ਉਹ ਦੂਸਰੇ ਫਿਜ਼ੀਓ ਕਰਦੇ ਸੀਗੇ ਦੂਸਰੇ ਜਿਹੜੇ ਆਹ ਪਹਿਲਾਂ ਤਾਂ ਮੈਨੂੰ ਦਿੱਤੀ ਉਹਨਾਂ ਨੇ ਉਹ ਹੱਥ ਦੇ ਵਿੱਚ ਸੂਈਆਂ ਲਾ ਕੇ ਕਿ ਉਹ ਮੈਨੂੰ ਹੁਣ ਚੇਤਾ ਵੀ ਨਹੀਂ ਰਹਿੰਦਾ ਤੇ ਉਹ ਦਿੱਤੇ ਤੇ ਫਿਰ ਉਹ ਮੈਨੂੰ ਉਹ ਰੇਡੀਏਸ਼ਨ ਦਿੱਤਾ ਹਾਂਜੀ ਉਹਦਾ ਕਰਕੇ ਨਾ ਮੇਰੀ ਇਹ ਜਿਹੜੇ ਜੋੜ ਆ ਬਹੁਤ ਦੁਖਣ ਲੱਗ ਗਏ। ਹਾਂਜੀ ਨਹੀਂ ਜਦੋਂ ਵੀ ਤੁਹਾਡੀ ਟ੍ਰੀਟਮੈਂਟ ਕੰਪਲੀਟ ਹੋ ਗਈ ਟ੍ਰੀਟਮੈਂਟ ਤੇ ਤਾਂ ਕੰਪਲੀਟ ਹੋਈ ਆ ਹਾਂਜੀ ਉਹ 12ਵੇਂ ਮਹੀਨੇ ਦੀ ਕੰਪਲੀਟ ਹੋਈ ਆ ਡਾਕਟਰ ਕਹਿੰਦਾ 6 ਮਹੀਨੇ ਬਾਅਦ ਤੇਰੀ ਗੱਲ ਸੁਣ ਸਕਦੇ ਆ। ਹਾਂਜੀ ਨਹੀਂ ਜਦੋਂ ਵੀ ਤੁਹਾਡਾ ਠੀਕ ਹੋਏ ਨਾ ਆਪਣੇ ਜੀਪੀ ਨਾਲ ਗੱਲ ਕਰ ਲਿਓ ਤੇ ਤੁਸੀਂ ਫਿਰ ਸਪੈਸ਼ਲਿਸਟ ਨੂੰ ਦੇਖ ਲਿਓ ਤੁਸੀਂ ਆਪਣੇ ਲੋਕਲ ਹਸਪੀਟਲ ਈਲਿੰਗ ਜਾਂ ਹਿਲਿੰਗਡਨ ਆ ਸਕਦੇ ਹੋ ਤੇ ਟ੍ਰੀਟਮੈਂਟ ਹੋ ਜਾਊਗੀ ਤੁਹਾਡੀ। ਡਾਕਟਰ ਸਾਹਿਬ ਕਿੱਥੇ ਕੰਮ ਕਰਦੇ ਆ ਲਿੰਕਟਨ ਕਰਦੇ ਡਾਕਟਰ ਸਾਹਿਬ ਅਸੀਂ ਔਨ 에ਅਰ ਨਹੀਂ ਦੱਸ ਸਕਦੇ ਭੈਣ ਜੀ ਥੈਂਕ ਯੂ ਤੁਹਾਡੇ ਕਾਲ ਕਰਨ ਦਾ ਕਿਉਂਕਿ ਕਾਫੀ ਲਾਈਨਾਂ ਆ ਰਹੀਆਂ ਨੇ ਵਿੱਚ ਨੇ ਸ਼ੋਅ ਦੇਖਦੇ ਰਹੋ ਅਸੀਂ ਥੋੜੀ ਬਹੁਤੀ ਤੁਹਾਡੀ ਹੋਰ ਗੱਲ ਕਰਾਂਗੇ ਡਾਕਟਰ ਬਾਈ ਦਾ way ਮੈਂ ਫਿਰ ਦੱਸ ਦਿੰਦਾ ਮੈਂ ਡਾਕਟਰ ਸਾਹਿਬ ਨੇ ਸ਼ੁਰੂਆਤ ਦੇ ਵਿੱਚ ਕਿਹਾ ਸੀ ਮੈਂ ਵੀ ਉਹਦੇ ਦਰਮਿਆਨ ਗੱਲ ਕੀਤੀ ਹੈ ਇਟਸ ਓਨਲੀ ਐਡਵਾਈਸ ਸ਼ੋਅ ਹੈਗਾ ਜੋ ਡਾਕਟਰ ਸਾਹਿਬ ਐਡਵਾਈਸ ਦੇ ਰਹੇ ਨੇ ਜ਼ਰੂਰੀ ਨਹੀਂ ਕਿ ਹਰ ਬੰਦੇ ਦੀ ਉਹੀ ਇਲਾਜ ਹੋ ਸਕਦਾ ਕਿਉਂਕਿ ਤੁਸੀਂ ਸਪੈਸ਼ਲਿਸਟ ਮਿਲੋ ਸੈਕਿੰਡ ਓਪੀਨੀਅਨ ਲਵੋ ਇਹ ਜਸਟ ਜਨਰਲ ਇਨਫੋਰਮੇਸ਼ਨ ਹੈਗੀ ਆ ਜੋ ਹਰ ਇੱਕ ਨੂੰ ਲਾਗੂ ਨਹੀਂ ਹੋ ਸਕਦੀ ਪਰ ਜਿਹੜਾ ਵੀ ਹੈ ਦੀ ਤੁਹਾਨੂੰ ਆਈਡੀਆ ਹੋ ਜਾਂਦਾ ਕਿ ਤੁਸੀਂ ਕੀ ਕਰ ਸਕਦੇ ਹੋ ਜਿੱਦਾਂ ਡਾਕਟਰ ਸਾਹਿਬ ਐਡਵਾਈਸ ਕਰ ਰਹੇ ਨੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਜੀਪੀ ਦੇ ਕੋਲ ਜਾਓ ਉਹ ਸਪੈਸ਼ਲਿਸਟ ਨਾਲ ਤੁਹਾਨੂੰ ਰੈਫਰ ਕਰੇ ਜਿਹੜੇ ਪਹਿਲਾਂ ਨਾਲ ਕੀਤਾ ਬੇਸ਼ੱਕ ਉਹਦੇ ਨਾਲ ਨਾ ਕੋਈ ਦੂਜਾ ਕਰੋ ਐਟਲੀਸਟ ਸੈਕਿੰਡ ਓਪੀਨੀਅਨ ਹੋ ਜਾਂਦਾ ਕਿ ਪਹੁੰਚੀ ਦਾ ਸ਼ੋ ਥੈਂਕ ਯੂ ਡਾਕਟਰ ਸਾਹਿਬ ਇਹਦੇ ਤੇ ਹੁਣ ਬਹੁਤ ਸੌਰੀ ਤੁਸੀਂ ਗੱਲ ਕਰ ਨਹੀਂ ਮੈਂ ਆਪਾਂ ਲਿਮਿਟੇਸ਼ਨ ਦੀ ਗੱਲ ਕਰ ਰਹੀ ਸੀ ਉਹ ਮੇਰੇ ਖਿਆਲ ਇੰਪੋਰਟੈਂਟ ਆਪਾਂ ਦੱਸੀਏ ਤੇ ਜਿਹੜਾ ਇਹ ਲੋਕਾਂ ਨੂੰ ਪੇਸ਼ੈਂਟਸ ਨੂੰ ਜ਼ਰੂਰ ਸਮਝਣਾ ਚਾਹੀਦਾ ਵੀ ਹੋ ਸਕਦਾ ਵੀ ਚੌਕੜੀ ਨਹੀਂ ਮਾਰ ਕੇ ਬੈਠ ਸਕਦੇ ਜਾਂ ਮੱਥਾ ਨਹੀਂ ਟੇਕ ਸਕਦੇ ਹੋਰ ਕਈ ਮੈਂ ਪੇਸ਼ੈਂਟ ਜਾਂ ਵੀਡੀਓਜ਼ ਦੇਖੀਆਂ ਨੇ ਜਿਹੜੇ ਕਿ ਪੇਸ਼ੈਂਟ ਜੁਆਇੰਟ ਰਿਪਲੇਸਮੈਂਟ ਤੋਂ ਬਾਅਦ ਟਰੈਕਟਰ ਤੋਂ ਜੰਪ ਕਰਦੇ ਨੇ ਜਾਂ ਦੇ ਵਾਂਟ ਟੂ ਪਲੇ ਟੈਨਿਸ ਜਾਂ ਜੋਗਿੰਗ ਕਰਨਾ ਚਾਹੁੰਦੇ ਆ ਤੇ ਮੈਂ ਇਹੀ ਕਹਿਣਾ ਵੀ ਇਹ ਆਰਟੀਫਿਸ਼ੀਅਲ ਜੁਆਇੰਟ ਹੈਗਾ ਜੇ ਤੁਸੀਂ ਓਵਰ ਯੂਜ਼ ਕਰੋਗੇ ਜਾਂ ਮਿਸਯੂਜ਼ ਕਰੋਗੇ ਛੇਤੀ ਵੇਅਰ ਆਊਟ ਹੋ ਜਾਊਗਾ ਤੇ ਲੂਜ਼ ਆ ਜਾਊਗਾ ਦੈਨ ਦੇ ਵਿਲ ਨੀਡ ਅਨਦਰ ਆਪਰੇਸ਼ਨ ਜੇ ਤੁਸੀਂ ਨੋਰਮਲ ਐਕਟੀਵਿਟੀ ਵਾਸਤੇ ਤੁਸੀਂ ਇਸਤੇਮਾਲ ਕਰੋਗੇ ਤੇ ਉਨਾ ਹੀ ਜ਼ਿਆਦਾ ਦੇਰ ਚੱਲੇਗਾ ਕਈ ਪੇਸ਼ੈਂਟ ਜਿਹੜੇ ਹੁੰਦੇ ਨੇ ਮਤਲਬ ਜੇ ਤੁਸੀਂ ਐਕਟਿਵ ਰਹਿਣਾ ਹੈਗਾ ਤੁਸੀਂ ਜੋਗ ਕਰ ਸਕਦੇ ਹੋ ਲਾਈਟ ਜੋਗਿੰਗ ਕਰ ਸਕਦੇ ਹੋ ਈਵਨ ਜੈਂਟਲੀ ਤੁਸੀਂ ਟੈਨਿਸ ਵਗੈਰਾ ਵੀ ਖੇਡ ਸਕਦੇ ਹੋ ਪਰ ਇੰਨਾ ਐਕਸਪੈਕਟੇਸ਼ਨ ਨਹੀਂ ਹੋਣੀ ਚਾਹੀਦੀ ਵੀ ਤੁਸੀਂ ਰਗਬੀ ਫੁੱਟਬਾਲ ਜਾਂ ਪਰ ਇੱਕ ਚੀਜ਼ ਹੈਗੀ ਜੇ ਮੈਂ ਇੱਦਾਂ ਕਹਾਂ ਮੇਬੀ ਦਿਸ ਇਜ਼ ਗੋਇੰ ਟੂ ਆਨਸਰ ਆਲ ਦੀ ਕੁਐਸਚਨਸ ਮੈਂ ਕਾਲ ਲੈਂਦੇ ਹਾਂ ਕਿ ਥੋੜਾ ਲਾਈਫ ਸਟਾਈਲ ਇੰਪਰੂਵ ਹੋ ਜਾਂਦਾ ਹੈ ਬਿਲਕੁਲ ਹਾਂ ਡੋਂਟ ਐਕਸਪੈਕਟ ਟੂ ਮਚ ਲਾਈਫ ਸਟਾਈਲ ਇੰਪਰੂਵ ਹੋ ਬਿਲਕੁਲ ਕੁਆਲਿਟੀ ਆਫ ਲਾਈਫ Quality of ਇੰਪਰੂਵ ਹੋ life ਜਾਂਦੀ ਹੈ improve ਹੋ ਗਈ। ਤੁਸੀਂ ਇੰਡੀਪੈਂਡੈਂਟ ਹੋ ਜਾਂਦੇ ਹੋ ਤੁਸੀਂ ਬਿਨਾਂ ਸੋਟੀ ਤੋਂ ਵੀ ਚੱਲ ਸਕਦੇ ਹੋ ਇਟ ਮੇਕਸ ਸੋ ਮਚ ਡਿਫਰੈਂਸ If that happens, just be happy with that. Thank you. ਅਸੀਂ ਕਾਲ ਲੈਂਦੇ ਹਾਂ ਡਾਕਟਰ ਸਾਹਿਬ ਹੈਲੋ ਜੀ ਸਤਿ ਸ਼੍ਰੀ ਅਕਾਲ ਹੈਲੋ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸਣਾ ਚਾਹੋਗੇ ਕਿੱਥੋਂ ਬੋਲਦੇ ਹੋ ਹਾਂਜੀ ਮੈਂ ਮਨਜੀਤ ਬੋਲਦੀ ਹਾਂ ਟੈਲੀਫੋਨ ਤੋਂ ਭੈਣ ਜੀ ਸਵਾਗਤ ਕਰਦੇ ਹਾਂ ਹੁਣ ਤੁਸੀਂ ਜਿਹੜੀ ਗੱਲ ਕਰੋਗੇ ਸਿੱਧਾ ਡਾਕਟਰ ਸਾਹਿਬ ਸੁਣ ਰਹੇ ਨੇ ਉਹ ਤੁਹਾਨੂੰ ਜਵਾਬ ਦੇਣਗੇ ਚਲੋ ਟਾਈਮ ਬੜਾ ਥੋੜਾ ਦਿੰਦਾ ਸਵਾਲ ਪੁੱਛ ਲਓ ਹਾਂਜੀ ਸਤਿ ਸ੍ਰੀ ਅਕਾਲ ਡਾਕਟਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੇਰੇ ਮੇਰੀ ਏਜ ਹੈਗੀ 51 ਪਰ ਮੇਰੇ ਨਾ ਗੋਡਿਆਂ ਦੇ ਵਿੱਚ ਦਰਦ ਬਹੁਤ ਹੁੰਦਾ ਹਾਂਜੀ ਐਂਡ ਮੈਨੂੰ ਡਾਕਟਰ ਮੈਂ ਸਪੈਸ਼ਲਿਸਟ ਨੂੰ ਵੀ ਦੇਖਿਆ ਇਹਨਾਂ ਨੇ ਮੇਰੇ ਅਲਟਰਾਸਾਊਂਡ ਵੀ ਕੀਤੇ ਐਕਸ-ਰੇ ਵੀ ਕੀਤੇ ਬਲੱਡ ਟੈਸਟ ਵੀ ਇਹ ਕਹਿੰਦੇ ਕਿ ਜਿੱਦਾਂ ਤੇਰੇ ਕੋਲ ਆਰਥਰਾਈਟਸ ਆ ਪਰ ਇਹਨਾਂ ਨੇ ਡਾਇਗਨੋਜ਼ ਨਹੀਂ ਕੀਤਾ ਵੀ ਕਿਹੜੀ ਆਰਥਰਾਈਟਸ ਆ ਹਾਂਜੀ ਤਾਂ ਪਰ ਮੇਰੇ ਪੇਨ ਬਹੁਤ ਹੁੰਦੀ ਆ ਤਾਂ ਪਰ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਹੁਣ ਮੈਨੂੰ ਅਪਾਇੰਟਮੈਂਟ ਦਿੰਦੇ ਆ ਫਿਰ ਕੈਂਸਲ ਕਰ ਦਿੰਦੇ ਆ ਅੱਗੇ ਦੀ ਅੱਗੇ ਪਾਈ ਜਾਂਦੇ ਆ ਅੱਛਾ ਭਾਜੀ ਥੋੜਾ ਆਪਣੇ ਕੋਲ ਟਾਈਮ ਥੋੜ੍ਹਾ ਘੱਟ ਹੈ ਮੈਂ ਤੁਹਾਨੂੰ ਇੱਕ ਦੋ ਸਵਾਲ ਪੁੱਛਣਾ ਹਾਂ। ਤੁਹਾਡੇ ਹੋਰ ਜੋੜਾਂ 'ਚ ਤਕਲੀਫ ਤਾਂ ਨਹੀਂ ਹੈਗੀ ਇਹ ਨਹੀਂ ਮੇਰੇ ਪਾਸ ਗੋਡਿਆਂ ਦੇ ਵਿੱਚ ਆ ਇੱਕ ਮੇਰੇ ਗਿੱਟੇ ਦੇ ਵਿੱਚ ਆ ਅੱਛਾ ਤੇ ਫੈਮਿਲੀ ਹਿਸਟਰੀ ਰੂਮੇਟਾਇਡ ਆਰਥਰਾਈਟਿਸ ਦੀ ਤਾਂ ਨਹੀਂ ਹੈਗੀ ਨਹੀਂ ਕਿਸੇ ਕੋਲ ਨਹੀਂ ਤੁਹਾਡਾ weight ਜ਼ਿਆਦਾ ਤਾਂ ਨਹੀਂ ਹੈਗਾ weight ਮੇਰਾ ਪਹਿਲੋਂ ਜ਼ਿਆਦਾ ਸੀਗਾ ਤਾਂ ਪਰ ਮੈਂ ਲੂਜ਼ ਕੀਤਾ 17 kg ਹਾਂਜੀ ਪਰ ਉਹ ਸਾਰਿਆਂ ਤੋਂ ਇੰਪੋਰਟੈਂਟ ਜੇ ਤੁਸੀਂ ਆਪਣਾ weight ਕੰਟਰੋਲ ਕਰ ਲਓ ਜਾਂ ਲੂਜ਼ ਕਰ ਲਓ ਫਿਜ਼ੀਓਥੈਰੇਪੀ ਐਕਸਰਸਾਈਜ਼ ਤੇ ਫਿਰ ਜਦੋਂ ਤੁਹਾਡੇ ਜਨਰਲ ਪ੍ਰੈਕਟੀਸ਼ਨਰ ਨੇ ਸਪੈਸ਼ਲਿਸਟ ਕੋਲ ਭੇਜਤਾ ਨਾ ਫਿਰ ਉਹ ਇਨਵੈਸਟੀਗੇਸ਼ਨ ਕਰਵਾ ਸਕਦੇ ਨੇ ਐਕਸ-ਰੇਜ਼ ਕਰਵਾ ਸਕਦੇ ਨੇ MRI ਕਰਵਾ ਸਕਦੇ ਨੇ
ਫਿਰ ਉਹਦੇ ਨਾਲ ਪਤਾ ਲੱਗਿਆ ਵੀ ਤੁਹਾਨੂੰ wear and tear ਹੈਗਾ ਜਾਂ ਹੋਰ ਕਿਸੇ ਤਰ੍ਹਾਂ ਦੀ ਆਰਥਰਾਈਟਿਸ ਹੈਗੀ ਹੈ। ਪਰ ਮੇਰੇ ਨਾ ਗੋਡਿਆਂ ਦੇ ਵਿੱਚੋਂ ਆਵਾਜ਼ ਜਿੱਦਾਂ ਨਹੀਂ ਕੜਕ ਕੜਕ ਦੀ ਹਾਂਜੀ, ਆਉਂਦੀ ਆ। ਅਤੇ ਮੋਸਟ ਲਾਈਕਲੀ ਤੁਹਾਨੂੰ wear and tear ਹੈਗਾ, ਉਹਦੀ ਕਰਕੇ ਆਵਾਜ਼ ਆਉਂਦੀ ਹੈ। ਅੱਛਾ ਜੀ, ਪਰ ਲੱਗਦਾ ਠੀਕ ਹੋ ਜਾਊਗਾ, ਪਰ ਮੈਨੂੰ ਇਹਨਾਂ ਨੇ ਦਵਾਈਆਂ ਦਿੱਤੀਆਂ ਹੈਗੀਆਂ ਆ, ਜਿੱਦਾਂ ਨਾਪ੍ਰੈਕਸਨ ਦਿੱਤੀ, ਹਾਂਜੀ ਉਹ ਪਹਿਲਾਂ ਸਟੈਰੋ ਟੈਬਲੇਟ ਦਿੱਤੀਆਂ ਸੀਗੀਆਂ, ਪ੍ਰਡਿਸਲੋਨ। ਪਰ ਮੇਰੇ ਨਾ ਪੈਂਕ੍ਰੀਟਾਈਟਿਸ ਹੋਇਆ ਸੀ ਨਵੰਬਰ ਦੇ ਵਿੱਚ, ਆਪਰੇਸ਼ਨ ਹੋਇਆ ਸੀ, ਗੋਲ ਬਲੈਡਰ ਰਿਮੂਵ ਕੀਤਾ ਤੇ ਇਹਨਾਂ ਨੇ ਉਹ ਬੰਦ ਕਰ ਦਿੱਤੀਆਂ। ਹਾਂਜੀ ਪਰ ਮੈਂ ਸਫਰ ਕਰਦੀ ਹਾਂ, ਮੈਂ ਟਰਾਈ ਕਰਦੀ ਵੋਕ ਕਰਨ ਨੂੰ 2 miles every day। ਹਾਂਜੀ, ਨਹੀਂ ਜੇ ਤੁਹਾਨੂੰ ਸਿੰਪਟਮਸ ਕੰਟਰੋਲ ਨਹੀਂ ਹੁੰਦੇ ਫਿਰ ਤੁਸੀਂ ਆਪਣੇ GP ਨਾਲ ਗੱਲ ਕਰ ਲਿਓ, ਸਪੈਸ਼ਲਿਸਟ ਦੇ ਨਾਲ ਅਪਾਇੰਟਮੈਂਟ ਬਣਾ ਕੇ ਨਾ, ਅਤੇ ਫਿਰ ਉਹ ਤੁਹਾਨੂੰ ਇੱਕ ਵਾਰੀ ਅਸੈਸ ਕਰਕੇ ਦੱਸੇਗਾ ਵੀ ਤੁਹਾਨੂੰ ਕਿਸੇ ਇੰਟਰਵੈਂਸ਼ਨ ਦੀ ਲੋੜ ਤਾਂ ਨਹੀਂ ਹੈਗੀ ਹੈ। ਨਹੀਂ, ਥੈਂਕ ਯੂ ਭੈਣ ਜੀ ਕਾਲ ਕਰਨ ਦਾ, ਥੈਂਕ ਯੂ ਸੋ ਮਚ, ਥੈਂਕ ਯੂ। ਤੁਸੀਂ ਪ੍ਰੋਗਰਾਮ ਦੇਖਦੇ ਰਹੋ। ਮੈਨੂੰ ਲੱਗਦਾ ਟਾਈਮ ਬਹੁਤ ਥੋੜ੍ਹਾ ਰਹਿ ਗਿਆ, ਮਾਫੀ ਚਾਹਾਂਗਾ ਜਿਨ੍ਹਾਂ ਦੇ ਅਸੀਂ ਕਾਲ ਨਹੀਂ ਲੈ ਪਏ, ਅਸੀਂ ਨਹੀਂ ਜਵਾਬ ਕਰ ਸਕਾਂਗੇ, ਜਿਨ੍ਹਾਂ ਦੇ ਆਨਸਰ ਕੀਤਾ। ਉਮੀਦ ਰੱਖਦਾ ਕਿ ਤੁਹਾਨੂੰ ਸ਼ੋਅ ਪਸੰਦ ਆਵੇਗਾ। ਡਾਕਟਰ ਸਾਹਿਬ ਸਵਾਲ ਤਾਂ ਬੜੇ ਸੀਗੇ, ਜ਼ਰਾ ਮੈਂ ਥੋੜ੍ਹਾ ਜਿਹਾ ਫਿਨਿਸ਼ ਆਫ ਕਰਨਾ ਚਾਹੁੰਦਾ। ਬਹੁਤ ਥੋੜ੍ਹਾ ਜਿਹਾ ਵੇਟਿੰਗ ਲਿਸਟ ਕਿਉਂਕਿ ਕਾਫੀ ਪ੍ਰੋਬਲਮ, ਕਿੰਨੀ ਕੁ ਹੈਗੀ ਵੇਟਿੰਗ ਲਿਸਟ? ਅੱਜ ਕੱਲ੍ਹ ਕੋਵਿਡ ਦੀ ਵਜ੍ਹਾ ਨਾਲ ਵੇਟਿੰਗ ਲਿਸਟ ਬਹੁਤ ਵੱਡੀ ਲੰਮੀ ਹੋ ਗਈ ਹੈ। ਹਾਂ। ਪਰ ਅਸੀਂ ਹੁਣ ਸਾਡੇ ਹਸਪੀਟਲ 'ਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇੱਕ ਪੂਰਾ ਹਫ਼ਤਾ ਅਸੀਂ ਜੁਆਇੰਟ ਰਿਪਲੇਸਮੈਂਟ ਹੀ ਕਰੀਏ, ਉਹਦੇ ਨਾਲ ਵੇਟਿੰਗ ਲਿਸਟ ਘਟਾਉਣ ਵਾਸਤੇ। ਪਰ ਹਰੇਕ ਹਸਪੀਟਲ ਕਿਉਂਕਿ ਸਾਲ ਹੋ ਗਿਆ ਕਾਫੀ ਕੋਵਿਡ ਦੀ ਕਰਕੇ ਇਲੈਕਟਿਵ ਆਪਰੇਸ਼ਨ ਨਹੀਂ ਕੀਤੇ, ਇਸ ਕਰਕੇ ਵੇਟਿੰਗ ਲਿਸਟ ਕਾਫੀ ਲੰਬੀ ਹੈਗੀ ਹੈ। ਡਾਕਟਰ ਸਾਹਿਬ ਬਹੁਤ ਜ਼ਿਆਦਾ ਸਵਾਲ ਸੀਗੇ ਕਿ ਜਦੋਂ ਤੁਸੀਂ ਪ੍ਰੀ ਅਸੈਸਮੈਂਟ ਕਰਦੇ ਹੋ, ਫਿਰ ਤੁਸੀਂ ਉਹਨਾਂ ਨੂੰ ਪ੍ਰੀ ਆਪਰੇਸ਼ਨ ਤੋਂ ਪਹਿਲਾਂ ਕੀ ਕਰਦੇ ਹੋ, ਸਾਰਾ ਕੁਝ। ਹੋਪਫੁਲੀ ਮੈਂ ਕੋਸ਼ਿਸ਼ ਕਰਾਂਗਾ ਡਾਕਟਰ ਸਾਹਿਬ ਨੂੰ ਅਸੀਂ ਵਾਪਸ ਲੈ ਕੇ ਆਵਾਂਗੇ। ਹੁਣ ਕਾਫੀ ਸਵਾਲ ਹੈਗੇ ਨੇ ਜਿਹੜੇ ਜਨਰਲ ਸਵਾਲ ਹੁੰਦੇ ਨੇ, ਪਲੀਜ਼ ਮੈਂ ਹਮੇਸ਼ਾ ਕਹਿੰਦਾ ਕਿ ਇਹ ਜਰਾ ਜਨਰਲ ਇਨਫੋਰਮੇਸ਼ਨ ਹੈਗੀ ਹੈ, ਜਿਹੜੇ ਵੀ ਤੁਹਾਡੇ ਪ੍ਰੋਬਲਮ ਹੈਗੇ ਤੁਸੀਂ ਗੱਲ ਕਰੋ। ਐਟਲੀਸਟ ਉਹਨੇ ਡਾਕਟਰ ਦੱਸ ਸਕਦੇ ਨੇ ਹਾਂ ਇਹ ਆਪਸ਼ਨ ਹੈਗਾ, ਦਿਸ ਆਪਸ਼ਨ, ਦੈਟ ਕੈਨ ਹੈਪਨ ਐਂਡ ਦੈਟ ਕੈਨ ਹੈਪਨ। ਬੜਾ ਕੁਝ ਹੋ ਸਕਦਾ ਇੱਦਾਂ ਦੀ ਚੀਜ਼ਾਂ ਦੇ ਵਿੱਚ, ਅਤੇ ਅਸੀਂ ਉਮੀਦ ਰੱਖਾਂਗੇ ਡਾਕਟਰ ਸਾਹਿਬ ਨੂੰ ਵਾਪਸ ਲੈ ਕੇ ਆਵਾਂਗੇ। ਡਾਕਟਰ ਜੀ ਆਖਿਰ ਦੇ ਵਿੱਚ ਮੈਂ ਤੁਹਾਡਾ ਰੀਅਲੀ ਸ਼ੁਕਰਾਨਾ ਕਰਦਾ ਕਿ ਤੁਸੀਂ ਟਾਈਮ ਕੱਢ ਕੇ ਆਏ ਹੋ, ਪਰ ਮੈਂ ਚਾਹਾਂਗਾ ਤੁਸੀਂ ਮੇਰੇ ਪਾਸ 10 ਸੈਕਿੰਡ ਰਹਿੰਦੇ ਨੇ, ਮਲਾਂਦਾ ਅਗਲੇ ਫਿਰ ਗੱਲ ਕਰਾਂਗੇ। ਪਲੀਜ਼ ਪ੍ਰੋਗਰਾਮ ਦੇਖਦੇ ਰਹੋ। ਨੈਕਸਟ ਵੀਕ ਸੇਮ ਟਾਈਮ ਸੇਮ ਪਲੇਸ ਮੁਲਾਕਾਤ ਹੋਵੇਗੀ। ਆਪਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।